ਹੈਲੋ ਸਟੂਡੈਂਟਸ, ਸਕੂਲ ਦੇ ਚੈਨਲ ਲਰਨਰ GSS ਬੋਹਾ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸਟੂਡੈਂਟਸ, ਪਿਛਲੀਆਂ ਕੁਝ ਵੀਡੀਓਜ਼ ਦੇ ਵਿੱਚ ਅਸੀਂ ਰੀਪਰੋਡਕਸ਼ਨ ਇਨ ਆਰਗੈਨਿਜ਼ਮ ਨਾਲ ਰਿਲੇਟਡ ਟੌਪਿਕ ਸਟੱਡੀ ਕੀਤੇ ਹੈ। ਉਹਨਾਂ ਟੌਪਿਕਸ ਨੂੰ ਤੁਹਾਡੇ ਨਾਲ ਡਿਸਕਸ ਕੀਤਾ ਗਿਆ। ਉਸ ਤੋਂ ਬਾਅਦ ਦੇ ਵਿੱਚ ਇੱਕ ਆਨਲਾਈਨ ਟੈਸਟ ਵੀ ਉਸ ਦਾ ਕੰਡਕਟ ਕੀਤਾ ਗਿਆ। ਬਹੁਤ ਸਾਰੇ ਸਟੂਡੈਂਟਸ ਨੇ ਉਹ ਆਨਲਾਈਨ ਟੈਸਟ ਦਿੱਤਾ ਹੈ, ਪਰ ਹਜੇ ਵੀ ਕੋਈ ਸਟੂਡੈਂਟਸ ਰਹਿੰਦੇ ਹੈ ਜਿਨ੍ਹਾਂ ਦਾ ਰਿਸਪੌਂਸ ਮੇਰੇ ਕੋਲ ਨਹੀਂ ਆਇਆ। ਸੋ ਸਾਰੇ ਸਟੂਡੈਂਟਸ ਉਸ ਟੈਸਟ ਨੂੰ ਜ਼ਰੂਰ ਦੇਣ। ਅਤੇ ਕੁਝ ਸਟੂਡੈਂਟਸ ਜੇ ਇਸ ਤਰ੍ਹਾਂ ਦੇ ਹੈਗੇ ਹੈ ਜਿਨ੍ਹਾਂ ਨੇ ਹਜੇ ਵੀਡੀਓਜ਼ ਪਹਿਲਾਂ ਧਿਆਨ ਨਾਲ ਨਹੀਂ ਦੇਖੀਆਂ, ਤਾਂ ਉਹ ਵੀਡੀਓਜ਼ ਨੂੰ ਧਿਆਨ ਨਾਲ ਸੁਣਨ, ਦੇਖਣ ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਟੈਸਟ ਨੂੰ ਦੇਣ। ਦੂਸਰਾ ਬੇਟਾ, ਅਸੀਂ ਆਪਣੇ ਸਿਲੇਬਸ ਨੂੰ ਲੈ ਕੇ ਸਟੈਪ ਬਾਈ ਸਟੈਪ ਚੱਲ ਰਹੇ ਹਾਂ। ਅਸੀਂ ਬਹੁਤ ਥੋੜ੍ਹਾ ਸਿਲੇਬਸ ਕਰ ਰਹੇ ਹਾਂ। ਮੈਂ ਤੁਹਾਨੂੰ ਵੀਡੀਓ ਦੇ ਵਿੱਚ ਜਿਹੜਾ ਇੱਕ ਟੌਪਿਕ ਦਿੰਦਾ ਹੈ, ਉਸ ਟੌਪਿਕ ਨੂੰ ਤੁਸੀਂ ਧਿਆਨ ਨਾਲ ਸੁਣਨਾ ਹੈ, ਉਸ ਦੇ ਨੋਟਸ ਬਣਾਉਣੇ ਹੈ, ਉਸ ਤੋਂ ਬਾਅਦ ਦੇ ਵਿੱਚ ਉਸ ਦੇ ਟੈਸਟ ਵੀ ਦੇਣੇ ਹੈ। ਇੱਕ ਬੇਟਾ, ਆਪਾਂ ਪੇਪਰ ਦੀ ਤਿਆਰੀ ਕਰ ਰਹੇ ਹਾਂ। ਆਪਾਂ ਇੱਕ +2 ਦਾ ਸਿਲੇਬਸ ਸਟਾਰਟ ਕੀਤਾ ਅਤੇ ਉਸ ਨੂੰ ਆਪਾਂ ਇੱਕ ਸਿਸਟੇਮੈਟਿਕ ਵੇ ਦੇ ਨਾਲ ਲੈ ਕੇ ਜਾਣਾ ਹੈ। ਇਹ ਨਹੀਂ ਹੈ ਕਿ ਆਪਾਂ ਕਿਤੋਂ ਵੀ ਕੋਈ ਚੱਕ ਕੇ ਵੀਡੀਓ ਵੇਖ ਲਈ ਜਿਸ ਦੇ ਵਿੱਚ ਇੱਕ 10 ਜਾਂ 15 ਮਿੰਟਾਂ ਦੇ ਵਿੱਚ ਹੀ ਪੂਰੇ ਦਾ ਪੂਰਾ ਤੁਹਾਨੂੰ ਚੈਪਟਰ ਕਵਰ ਕਰਵਾ ਦਿੱਤਾ ਜਾਂਦਾ ਹੈ। ਉਹ ਵੀਡੀਓਜ਼ ਫਿਲਹਾਲ ਸਮਝ ਨਹੀਂ ਆਉਣੀਆਂ, ਉਹਦੇ ਨਾਲ ਤੁਸੀਂ ਹੋਰ ਜ਼ਿਆਦਾ ਕਨਫਿਊਜ਼ ਹੋ ਜਾਓਗੇ। ਇਸ ਕਰਕੇ ਆਪਾਂ ਕਨਫਿਊਜ਼ਨ ਨਹੀਂ ਕ੍ਰੀਏਟ ਕਰਨੀ, ਇੱਧਰ ਉੱਧਰ ਨਹੀਂ ਭੱਜਣਾ। ਤੁਹਾਨੂੰ ਜੋ ਕੰਟੈਂਟ ਦਿੱਤਾ ਜਾ ਰਿਹਾ ਹੈ ਉਸ ਕੰਟੈਂਟ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਹੈ। ਉਸ ਤੋਂ ਬਾਅਦ ਦੇ ਵਿੱਚ ਉਸ ਦੇ ਵਿੱਚ ਆਪਣੇ ਨੋਟਸ ਬਣਾਓ। ਮੇਰੇ ਨਾਲ ਜੇ ਕੋਈ ਗੱਲ ਨਹੀਂ ਸਮਝ ਲੱਗਦੀ ਤਾਂ ਤੁਹਾਡਾ WhatsApp ਗਰੁੱਪ ਬਣਿਆ ਹੋਇਆ ਹੈ। ਕੋਈ ਵੀ ਚੀਜ਼ ਨਹੀਂ ਸਮਝ ਲੱਗਦੀ ਤਾਂ ਮੇਰੇ ਨਾਲ ਉਸ WhatsApp ਗਰੁੱਪ ਦੇ ਵਿੱਚ ਤੁਸੀਂ ਕੁਐਸਚਨ ਪੁੱਛ ਸਕਦੇ ਹੋ। ਤੁਹਾਡੇ ਕੁਐਸਚਨਸ ਦਾ ਬਕਾਇਦਾ ਆਨਸਰ ਦਿੱਤਾ ਜਾਊਗਾ। ਸੋ ਹੁਣ ਜਿਹੜਾ ਆਪਾਂ ਚੈਪਟਰ ਕਰਨਾ ਹੈ ਦੂਸਰਾ, ਉਹ ਯੂਨਿਟ 2 ਦਾ ਹੈ, ਪ੍ਰਿੰਸੀਪਲਸ ਆਫ ਇਨਹੈਰੀਟੈਂਸ ਐਂਡ ਵੇਰੀਏਸ਼ਨ। ਟੌਪਿਕ ਨੂੰ ਦੇਖ ਕੇ ਤੁਹਾਡੇ ਮਾਈਂਡ ਦੇ ਵਿੱਚ ਗੱਲ ਜ਼ਰੂਰ ਆਈ ਹੋਣੀ ਕਿ ਪਹਿਲੀ ਯੂਨਿਟ ਦੇ ਵਿੱਚੋਂ ਫਿਲਹਾਲ ਆਪਣਾ ਇੱਕ ਚੈਪਟਰ ਜਿਹੜਾ ਹੈਗਾ ਪਲਾਂਟਸ ਦੇ ਵਿੱਚ ਰੀਪਰੋਡਕਸ਼ਨ ਅਤੇ ਹਿਊਮਨ ਰੀਪਰੋਡਕਸ਼ਨ ਉਹ ਪੈਂਡਿੰਗ ਨੇ। ਤਾਂ ਆਪਾਂ ਇਹ ਯੂਨਿਟ ਕਿਉਂ ਸਟਾਰਟ ਕਰ ਰਹੇ ਹਾਂ, ਇਸ ਦਾ ਬੇਟਾ ਇੱਕ ਸਪੈਸੀਫਿਕ ਰੀਜ਼ਨ ਹੈ, ਕਿਉਂਕਿ ਉਹਨਾਂ ਯੂਨਿਟਸ ਦੇ ਵਿੱਚੋਂ ਡਾਇਗਰਾਮ ਵਾਲੇ ਕੁਐਸਚਨਸ ਆਉਣਗੇ। ਚੈਪਟਰ 2 ਦੇ ਵਿੱਚੋਂ ਡਾਇਗਰਾਮੈਟਿਕ ਕੁਐਸਚਨ ਸਪੈਸ਼ਲ 3 ਨੰਬਰ ਦਾ ਕੁਐਸਚਨ ਆਉਣਾ ਹੈਗਾ। ਡਾਇਗਰਾਮਸ ਨੂੰ ਸਿਖਾਉਣ ਦੇ ਲਈ ਆਪਾਂ ਨੂੰ ਬੋਰਡ ਦੀ ਜ਼ਰੂਰਤ ਹੈ। ਸੋ ਆਪਾਂ ਉਹ ਟੌਪਿਕਸ ਨੂੰ, ਉਹਨਾਂ ਚੈਪਟਰਸ ਨੂੰ ਫਿਲਹਾਲ ਨਹੀਂ ਕਰ ਰਹੇ, ਉਹਨਾਂ ਨੂੰ ਛੱਡ ਰਹੇ ਹਾਂ। ਇਹ ਨਹੀਂ ਕਰਾਂਗੇ ਕਿ ਉਹਨਾਂ ਦੇ ਕੁਝ ਟੌਪਿਕ ਕਰ ਲਈਏ, ਕੋਈ ਸਕੂਲ ਦੇ ਵਿੱਚ ਕਰ ਲਾਂਗੇ। ਨੋ, ਆਪਾਂ ਜਿਹੜਾ ਹੈਗਾ ਇੱਕ ਯੂਨਿਟ ਸਟਾਰਟ ਕੀਤੀ ਸੀ, ਹੁਣ ਆਪਾਂ ਯੂਨਿਟ 2 ਸਟਾਰਟ ਕਰ ਰਹੇ ਹਾਂ। ਇਸ ਨੂੰ ਆਪਾਂ ਲੈ ਕੇ ਜਾਵਾਂਗੇ ਐਂਡ ਤੱਕ, ਅਤੇ ਆਪਣੇ ਕੋਲ ਜਿੰਨਾ ਵੀ ਟਾਈਮ ਹੈਗਾ, ਜਿੰਨੇ ਟਾਈਮ ਤੱਕ ਆਪਣੇ ਸਕੂਲ ਦੀਆਂ ਰੈਗੂਲਰ ਕਲਾਸਿਸ ਨਹੀਂ ਲੱਗਦੀਆਂ, ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੀ ਇਹ ਯੂਨਿਟ ਕੰਪਲੀਟ ਹੋ ਜੇ। ਆਪਾਂ ਇਸ ਕਰਕੇ ਛੋਟੇ ਜਿਹੜੇ ਹੈਗੇ ਆ ਤੁਹਾਨੂੰ ਮੈਂ ਟੌਪਿਕ ਦਿੰਦਾ ਰਹੂੰਗਾ। ਉਹਨਾਂ ਟੌਪਿਕਸ ਨੂੰ ਤੁਸੀਂ ਘਰੇ ਬੈਠ ਕੇ ਸੁਣਦੇ ਰਹੋ, ਅਤੇ ਨਾਲ ਦੀ ਨਾਲ ਜਿਹੜਾ ਵੀ ਕੋਈ ਡਾਊਟ ਹੈਗਾ ਉਹ WhatsApp ਦੇ ਉੱਤੇ ਆਪਾਂ ਕੰਟੈਕਟ ਦੇ ਵਿੱਚ ਹੈਗੇ ਆ, ਤਾਂ ਆਪਾਂ ਉੱਥੇ ਡਿਸਕਸ ਕਰ ਸਕਦੇ ਹਾਂ। ਇਸ ਕਰਕੇ ਉਹਨਾਂ ਡਾਇਗਰਾਮਸ ਵਾਲੇ ਚੈਪਟਰਸ ਨੂੰ ਫਿਲਹਾਲ ਛੱਡ ਕੇ ਅਸੀਂ ਆਪਣੀ ਯੂਨਿਟ 2 ਸਟਾਰਟ ਕਰ ਰਹੇ ਹਾਂ, ਜਿਸ ਦਾ ਅੱਜ ਅਸੀਂ 5th ਚੈਪਟਰ ਜਿਹੜਾ ਆਪਣੇ ਸਿਲੇਬਸ ਦਾ ਹੈਗਾ, ਇਸ 2nd ਯੂਨਿਟ ਦਾ ਪਹਿਲਾ ਚੈਪਟਰ ਪ੍ਰਿੰਸੀਪਲਸ ਆਫ ਇਨਹੈਰੀਟੈਂਸ ਐਂਡ ਵੇਰੀਏਸ਼ਨ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਇਹ ਚੈਪਟਰ ਪ੍ਰਿੰਸੀਪਲਸ ਆਫ ਇਨਹੈਰੀਟੈਂਸ ਐਂਡ ਵੇਰੀਏਸ਼ਨ। ਹਾਂਜੀ ਬੇਟਾ, ਆਪਣਾ ਚੈਪਟਰ ਦਾ ਨਾਮ ਹੈ ਪ੍ਰਿੰਸੀਪਲਸ ਆਫ ਇਨਹੈਰੀਟੈਂਸ ਐਂਡ ਵੇਰੀਏਸ਼ਨ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਚੈਪਟਰ ਕੀ ਸਾਨੂੰ ਰਿਪਰੈਜ਼ੈਂਟ ਕਰ ਰਿਹਾ, ਇਸ ਦੇ ਵਿੱਚ ਕੀ ਹੋਏਗਾ। 2 ਟਰਮਸ ਇਹ ਦੱਸ ਰਿਹਾ ਸਾਨੂੰ, ਇਨਹੈਰੀਟੈਂਸ ਐਂਡ ਵੇਰੀਏਸ਼ਨ। ਸੋ ਪਹਿਲਾਂ ਆਪਾਂ ਇਹਨਾਂ ਦੋਨੋਂ ਟਰਮਸ ਨੂੰ ਕਲੀਅਰ ਕਰਾਂਗੇ। ਇਹ ਦੋਨੋਂ ਟਰਮਸ ਕੀ ਹੈ, ਇਹਨਾਂ ਦੇ ਨਾਲ ਰਿਲੇਟਡ ਕਿਹੜੇ ਲਾਜ਼ ਹੈਗੇ ਨੇ, ਪ੍ਰਿੰਸੀਪਲਸ ਹੈਗੇ ਨੇ, ਅਲੱਗ-ਅਲੱਗ ਸਾਇੰਟਿਸਟ ਨੇ ਦਿੱਤੇ ਹੋਏ ਹੈ, ਉਹ ਕੀ ਹੈਗੇ, ਜਿਹੜੇ ਯੂਨੀਵਰਸਲ ਟਰੁੱਥ ਹੈਗੇ ਹੈ, ਉਹ ਸਭ ਅਸੀਂ ਇਸ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ। ਸੋ ਪਹਿਲਾਂ ਇਸ ਚੈਪਟਰ ਦੀ ਅਸੀਂ ਡਿਸਟਰੀਬਿਊਸ਼ਨ ਦੇਖ ਲਈਏ, ਮਾਰਕਸ ਡਿਸਟਰੀਬਿਊਸ਼ਨ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਜੋ ਫਾਈਨਲ ਪੈਟਰਨ ਹੈ ਉਸ ਦੇ ਅਕੋਰਡਿੰਗ ਤੁਹਾਡਾ ਸਿਲੇਬਸ, ਕਿਉਂਕਿ 2020-21 ਦਾ ਵੀ ਬੋਰਡ ਦੀ ਵੈਬਸਾਈਟ ਦੇ ਉੱਤੇ ਅਪਲੋਡ ਹੋ ਚੁੱਕਿਆ ਹੈ। ਸੋ ਮੈਂ WhatsApp ਗਰੁੱਪ ਦੇ ਵਿੱਚ ਸ਼ੇਅਰ ਵੀ ਕੀਤਾ ਸੀ। ਫਿਰ ਵੀ ਜੇ ਕਿਸੇ ਸਟੂਡੈਂਟ ਨੂੰ ਚਾਹੀਦਾ ਤਾਂ ਮੇਰੇ ਨੰਬਰ ਦੇ ਉੱਤੇ ਕੰਟੈਕਟ ਕਰ ਸਕਦਾ ਹੈ। ਤਾਂ ਇਹ ਬੇਟਾ ਯੂਨਿਟ 2 ਹੈ। ਯੂਨਿਟ 2 ਦੇ ਵਿੱਚ ਜੈਨੇਟਿਕਸ ਐਂਡ ਐਵੋਲਿਊਸ਼ਨ ਦੇ ਵਿੱਚ 3 ਚੈਪਟਰ ਹੈਗੇ ਨੇ, ਚੈਪਟਰ ਨੰਬਰ 5, 6 ਐਂਡ 7। ਪਹਿਲੇ 4 ਚੈਪਟਰ ਪਹਿਲੀ ਯੂਨਿਟ ਦੇ ਵਿੱਚ ਰਹਿ ਗਏ। ਤਾਂ ਚੈਪਟਰ ਨੰਬਰ 5 ਜੋ ਹੈ ਉਹ ਅੱਜ ਅਸੀਂ ਸਟਾਰਟ ਕਰਨਾ। ਇੱਥੇ ਗਲਤ ਲਿਖਿਆ, ਹੈਰੀਡਿਟੀ ਐਂਡ ਵੇਰੀਏਸ਼ਨ ਨਹੀਂ, ਇਹ ਹੈ ਪ੍ਰਿੰਸੀਪਲਸ ਆਫ ਇਨਹੈਰੀਟੈਂਸ ਐਂਡ ਵੇਰੀਏਸ਼ਨ। ਇਸ ਚੈਪਟਰ ਦੇ ਵਿੱਚੋਂ ਬੇਟਾ ਸਾਨੂੰ 5 ਨੰਬਰ ਦੇ ਕੁਐਸਚਨਸ ਆਉਣਗੇ। ਇੱਕ 2 ਨੰਬਰ ਦਾ ਕੁਐਸਚਨ ਹੈ, ਇੱਕ 3 ਨੰਬਰ ਦਾ ਕੁਐਸਚਨ ਹੈ। ਸੋ ਜਿਹੜੇ ਕੁਐਸਚਨਸ ਇਸ ਪੈਟਰਨ ਦੇ ਅਕੋਰਡਿੰਗਲੀ ਜ਼ਿਆਦਾ ਵਧੀਆ ਬਣਦੇ ਹੈ, 2 ਜਾਂ 3 ਦੇ ਬਣਦੇ, ਉਹ ਵੀ ਤੁਹਾਡੇ ਨਾਲ ਡਿਸਕਸ ਕੀਤੇ ਜਾਣਗੇ। ਪਰ ਉਸ ਤੋਂ ਪਹਿਲਾਂ ਆਪਾਂ ਚੈਪਟਰ ਨੂੰ ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਦੈਨ ਇਸ ਦਾ 6th ਤੇ 7th
ਇਹਨਾਂ ਦੇ ਵਿੱਚੋਂ ਵੱਡੇ ਕੁਐਸਚਨ ਵੀ ਆਉਣੇ ਆ, 5 ਨੰਬਰ ਵਾਲੇ ਕੁਐਸਚਨ ਵੀ ਆਉਣੇ ਆ, 2 ਜਾਂ 3 ਵਾਲੇ ਵੀ ਕੁਐਸਚਨਸ ਹੈਗੇ ਆ। ਸੋ ਆਪਾਂ ਇਹ ਤਿੰਨੋਂ ਚੈਪਟਰਸ ਹੁਣ ਕਰਨੇ ਆ, ਜੈਨੇਟਿਕਸ ਐਂਡ ਐਵੋਲੂਸ਼ਨ। ਅਸੀਂ ਜਦੋਂ ਤੱਕ ਸਾਡਾ ਸਕੂਲ ਨਹੀਂ ਖੁੱਲ੍ਹਦਾ ਅਸੀਂ ਇਹ ਟਾਰਗੇਟ ਲੈ ਕੇ ਚੱਲਾਂਗੇ ਕਿ ਆਪਣੇ ਇਹ ਤਿੰਨੋਂ ਚੈਪਟਰ ਹੋ ਜਾਣ। ਤਾਂ ਜਿਹੜਾ ਹੈਗਾ ਇਸ ਮਹੀਨੇ ਦੇ ਵਿੱਚ ਜਿਹੜੇ ਹੈਗੇ ਜੇ ਆਪਾਂ ਇੱਕ ਯੂਨਿਟ ਕਵਰ ਕਰ ਸਕਦੇ ਹਾਂ ਤਾਂ ਆਪਣੇ ਲਈ ਬਹੁਤ ਅੱਛਾ ਹੈ, ਤਾਂ ਆਪਣਾ ਸਿਲੇਬਸ ਬਹੁਤ ਅੱਛੀ ਸਪੀਡ ਦੇ ਉੱਤੇ ਫਿਰ ਚੱਲ ਪਊਗਾ। ਇਸ ਕਰਕੇ ਜ਼ਿਆਦਾ ਚੱਕਰਾਂ ਦੇ ਵਿੱਚ ਨਹੀਂ ਪੈਣਾ। ਜੋ ਤੁਹਾਨੂੰ ਇੱਥੇ ਕੰਟੈਂਟ ਦਿੱਤਾ ਜਾ ਰਿਹਾ ਉਸ ਕੰਟੈਂਟ ਨੂੰ ਸਹੀ ਤਰੀਕੇ ਨਾਲ ਫੋਲੋ ਕਰਦੇ ਰਹੋਗੇ ਤਾਂ ਆਪਣੇ ਕੋਲ ਸਿਰਫ 5 ਤਾਂ ਯੂਨਿਟਸ ਨੇ। ਉਹਨਾਂ 5 ਯੂਨਿਟਸ ਦੇ ਵਿੱਚੋਂ ਜੇ ਅਸੀਂ ਇਸ ਮਹੀਨੇ ਦੇ ਵਿੱਚ ਸਕੂਲ ਦੀ ਰੈਗੂਲਰ ਸਟੱਡੀ ਸਟਾਰਟ ਹੋਣ ਤੋਂ ਪਹਿਲਾਂ ਹੀ ਜੇ ਇੱਕ ਯੂਨਿਟ ਕੰਪਲੀਟ ਕਰ ਲੈਂਦੇ ਹਾਂ ਤਾਂ ਸਾਡੇ ਲਈ ਬਹੁਤ ਅੱਛਾ ਹੈ। ਪਰ ਉਹ ਕਰਨੀ ਇਸ ਤਰੀਕੇ ਨਾਲ ਹੈ ਕਿ ਦੁਬਾਰਾ ਸਾਨੂੰ ਉਹ ਯੂਨਿਟ ਚੱਕਣੀ ਨਾ ਪਵੇ। ਸਕੂਲ ਦੇ ਵਿੱਚ ਜਦੋਂ ਆਪਾਂ ਮਿਲਾਂਗੇ ਅਸੀਂ ਕਰਾਂਗੇ, ਜ਼ਰੂਰ ਡਿਸਕਸ ਕਰਾਂਗੇ, ਪਰ ਇੰਨਾ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ। ਇਸ ਕਰਕੇ ਸਾਰੇ ਸਟੂਡੈਂਟਸ ਇਹ ਇੰਸ਼ੋਰ ਕਰਨ ਕਿ ਇਸ ਨੂੰ ਧਿਆਨ ਨਾਲ ਸੁਣਨਾ, ਸੀਰੀਅਸਲੀ ਜਿਹੜਾ ਹੈਗਾ ਲੈ ਕੇ ਚੱਲੋ ਇਸ ਨੂੰ। ਸੋ ਅੱਜ ਆਪਾਂ ਜਿਹੜਾ ਹੈਗਾ ਹੁਣ ਸਟਾਰਟ ਕਰ ਰਹੇ ਹਾਂ ਆਪਣੇ ਇਸ ਚੈਪਟਰ ਨੂੰ, ਪ੍ਰਿੰਸੀਪਲਸ ਆਫ ਇਨਹੈਰੀਟੈਂਸ ਐਂਡ ਵੇਰੀਏਸ਼ਨ। ਬੇਟਾ ਇੱਕ ਜਨਰਲ ਜੀ ਗੱਲ ਹੈ ਕਿ ਇੱਕ ਸਪੀਸੀਜ਼ ਦੇ ਜਿੰਨੇ ਵੀ ਇੰਡੀਵਿਜੂਅਲਸ ਹੁੰਦੇ ਆ, ਸਪੋਜ਼ ਆਪਣਾ ਹਿਊਮਨ ਬੀਇੰਗਸ ਦਾ ਜਿਹੜਾ ਨਾਮ ਕੀ ਹੈ ਸਾਡਾ ਹੈ ਹੋਮੋ ਸੇਪੀਅਨਸ। ਸੋ ਸਾਡੀ ਇੱਕ ਸਪੀਸੀਜ਼ ਹੈ ਹੋਮੋ ਸੇਪੀਅਨਸ। ਤਾਂ ਅਸੀਂ ਜਿੰਨੇ ਵੀ ਹਿਊਮਨ ਬੀਇੰਗਸ ਦੇ ਸਪੀਸੀਜ਼ ਦੇ ਹੈਗੇ, ਜਿੰਨੇ ਵੀ ਇੰਡੀਵਿਜੂਅਲਸ ਅਸੀਂ ਹੈਗੇ, ਅਸੀਂ ਆਲਮੋਸਟ ਇੱਕ ਦੂਸਰੇ ਨਾਲ ਰਿਜ਼ੈਂਬਲ ਕਰ ਰਹੇ ਹਾਂ। ਬਹੁਤ ਸਾਰੀਆਂ ਸਾਡੇ ਵਿੱਚ ਸਿਮਿਲਰਿਟੀਜ਼ ਹੈਗੀਆਂ ਨੇ। ਸੋ ਮੀਨਸ ਟੂ ਸੇ ਜਿਵੇਂ ਮੈਂ ਲਿਖਿਆ ਹੋਇਆ ਕਿ ਮੈਂਬਰਸ ਆਫ ਸਪੀਸੀਜ਼ ਆਰ ਲਾਰਜਲੀ ਅਲਾਈਕ, ਲਾਈਕ ਹਾਰਸ ਆਲਵੇਜ਼ ਰਿਜ਼ੈਂਬਲਸ ਹਾਰਸ, rose looks like rose, human beings look like human being, elephant look like elephant। ਸੋ ਇੱਕ ਸਪੀਸੀਜ਼ ਦੇ ਸਾਰੇ ਆਰਗੈਨਿਜ਼ਮਸ ਇੱਕ ਦੂਜੇ ਨਾਲ ਰਿਜ਼ੈਂਬਲ ਕਰਦੇ ਹੁੰਦੇ ਆ। ਪਰ ਜੇ ਬੇਟਾ ਜਿਹੜਾ ਅਸੀਂ ਇੱਕ ਫਰਦਰ ਸਪੀਸੀਜ਼ ਦੇ ਵਿੱਚ ਅੱਗੇ ਜਾ ਕੇ ਗੱਲ ਕਰੀਏ ਤਾਂ ਅਸੀਂ ਇਹ ਗੱਲ ਵੀ ਜ਼ਰੂਰ ਜਿਹੜੀ ਹੈਗੀ ਹੈ ਦੇਖੀ ਹੋਣੀ ਹੈ ਕਿ ਸਾਡੇ ਬਹੁਤ ਸਾਰੇ ਕਰੈਕਟਰਸ ਸਾਡੇ ਪੇਰੈਂਟਸ ਦੇ ਨਾਲ ਮਿਲਦੇ ਜੁਲਦੇ ਹੁੰਦੇ ਆ। ਬਹੁਤ ਸਾਰੇ ਸਾਡੇ ਕਰੈਕਟਰਸ ਜਿਹੜੇ ਹੈਗੇ ਨੇ ਸਾਡੇ ਭੈਣ ਭਰਾਵਾਂ ਦੇ ਨਾਲ ਮਿਲਦੇ ਜੁਲਦੇ ਹੁੰਦੇ। ਅਕਸਰ ਇਹ ਗੱਲ ਕਹੀ ਜਾਂਦੀ ਹੈ ਜਦੋਂ ਕਿਸੇ ਬੱਚੇ ਦੀ ਗੱਲ ਚੱਲਦੀ ਹੈ ਤਾਂ ਉਹ ਕਹਿੰਦੇ ਆ ਕਿ ਇਸ ਦਾ ਮੱਥਾ ਤਾਂ ਇਹਦੇ ਫਾਦਰ ਵਰਗਾ ਹੈ, ਇਹਦੀਆਂ ਅੱਖਾਂ ਇਹਦੀ ਮਦਰ ਵਰਗੀਆਂ ਨੇ। ਤਾਂ ਕਈ ਵਾਰੀ ਜਿਹੜੀ ਹੈਗੀ ਹੈ ਨੈਕਸਟ ਜਨਰੇਸ਼ਨ ਦੀ ਵੀ ਗੱਲ ਕੀਤੀ ਜਾਂਦੀ ਹੈ ਕਿ ਇਸ ਦਾ ਜਿਹੜਾ ਹੈਗਾ ਕੋਈ ਕਰੈਕਟਰ ਜਿਹੜਾ ਹੈਗਾ, ਕੋਈ ਅੱਖਾਂ ਲਾ ਲਓ, ਕੋਈ ਠੋਡੀ ਲਾ ਲਓ, ਕੋਈ ਨੱਕ ਲਾ ਲਓ, ਕਿ ਇਹਦੇ ਦਾਦੇ ਨਾਲ ਮਿਲਦਾ ਹੈ। ਇਹਦਾ ਮਤਲਬ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜਿਹੜੇ ਕਰੈਕਟਰਸ ਟਰਾਂਸਫਰ ਹੋ ਰਹੇ ਹੈ ਉਹਨਾਂ ਸਾਰੇ ਕਰੈਕਟਰਸ ਦੀ ਗੱਲ ਜਿਹੜੀ ਹੈਗੀ ਆ ਉਹ ਕਰ ਰਹੇ ਹੈ। ਤਾਂ ਉਹ ਇੱਕ ਜਨਰਲ ਗੱਲ ਹੈ, ਪਰ ਐਕਚੁਅਲ ਦੇ ਵਿੱਚ ਸਾਇੰਟੀਫਿਕ ਵੇ ਦੇ ਨਾਲ ਦੇਖਿਆ ਜਾਵੇ, ਜੇ ਸੋਚਿਆ ਜਾਵੇ ਤਾਂ ਪੀੜ੍ਹੀ ਦਰ ਪੀੜ੍ਹੀ ਜਿਹੜੇ ਕੁਝ ਕੁ ਕਰੈਕਟਰਸ ਜ਼ਰੂਰ ਟਰਾਂਸਫਰ ਹੁੰਦੇ ਹੋਣਗੇ। ਇਸੇ ਕਰਕੇ ਹੀ ਇੰਡੀਵਿਜੂਅਲ ਜਿਹੜੇ ਹੈਗੇ ਨੇ ਉਹ ਆਪਣੇ ਪੇਰੈਂਟਸ ਦੇ ਨਾਲ ਮਿਲਦੇ ਜੁਲਦੇ ਹੈ। ਤਾਂ ਇੱਕ ਜਿਹੜੀ ਹੈਗੀ ਇੱਕ ਟਰਮ ਵੀ ਯੂਜ਼ ਕੀਤੀ ਜਾਂਦੀ ਹੈ ਕਿ ਲਾਈਕ ਬਿਗੈਟਸ ਲਾਈਕ, ਕਿ ਜਿਹੋ ਜਿਹੀ ਜਿਹੜੀ ਸਪੀਸੀਜ਼ ਦੇ ਵਿੱਚ ਆਰਗੈਨਿਜ਼ਮ ਹੈਗੇ ਨੇ ਇੱਕ ਵਾਰ ਚੱਲ ਰਹੇ ਹੈ ਤਾਂ ਜਿਹੜੀਆਂ ਰਿਜ਼ੈਂਬਲੈਂਸਿਸ ਹੈਗੀਆਂ ਨੇ ਅਮੰਗ ਦਾ ਇੰਡੀਵਿਜੂਅਲਸ ਆਫ ਸਪੀਸੀਜ਼ ਉਸ ਦੇ ਨਾਲ ਹੀ ਰਿਲੇਟਡ ਇਹ ਟਰਮ ਹੈਗੀ ਹੈ ਲਾਈਕ ਬਿਗੈਟਸ ਲਾਈਕ। ਤਾਂ ਬੇਟਾ ਇਹ ਜਿੰਨੇ ਵੀ ਕੁਐਸਚਨਸ ਆਪਣੇ ਮਾਈਂਡ ਦੇ ਵਿੱਚ ਆ ਰਹੇ ਹੈ ਕਿ ਕਿਸ ਤਰੀਕੇ ਨਾਲ ਜਿਹੜੇ ਹੈਗੇ ਨੇ ਕਰੈਕਟਰਸ ਟਰਾਂਸਫਰ ਹੁੰਦੇ ਹੈ ਜਾਂ ਕਰੈਕਟਰਸ ਜਿਹੜੇ ਹੈਗੇ ਨੇ ਉਹ ਇੱਕ ਦੂਜੇ ਨਾਲ ਮਿਲਦੇ ਜੁਲਦੇ ਹੈ ਕਿ ਇੰਟਾਇਰਲੀ ਡਿਫਰੈਂਟ ਕਰੈਕਟਰਸ ਆ ਜਾਂਦੇ ਹੈ। ਤਾਂ ਇਹਨਾਂ ਸਾਰੇ ਕਰੈਕਟਰਸ, ਇਹਨਾਂ ਸਾਰੇ ਕੁਐਸਚਨਸ ਦਾ ਜਿਹੜਾ ਜਵਾਬ ਹੈਗਾ ਉਹ ਸਾਡੀ ਬਾਇਓਲੋਜੀ ਦੀ ਇੱਕ ਬ੍ਰਾਂਚ ਹੈਗੀ ਹੈ, ਉਹ ਬ੍ਰਾਂਚ ਹੈ ਜੈਨੇਟਿਕਸ। ਸਾਡੀ ਬਾਇਓਲੋਜੀ ਦੀ ਇਹ ਬ੍ਰਾਂਚ ਸਾਡੇ ਮਾਈਂਡ ਦੇ ਵਿੱਚ ਚੱਲਣ ਵਾਲੇ ਇਹਨਾਂ ਸਾਰੇ ਕੁਐਸਚਨਸ ਦਾ ਸਾਨੂੰ ਆਨਸਰ ਦੇਊਗੀ। ਸੋ ਜੈਨੇਟਿਕਸ ਹੀ ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹਨੀ ਹੈ। ਸਾਡੀ ਇੱਕ ਬਾਇਓਲੋਜੀ ਦੀ ਇੱਕ ਬ੍ਰਾਂਚ ਹੈ ਜੈਨੇਟਿਕਸ। ਜੈਨੇਟਿਕਸ ਦੇ ਪਾਰਟ ਨੇ ਅਲੱਗ-ਅਲੱਗ, ਜਿਵੇਂ ਅਸੀਂ ਪਹਿਲਾ ਚੈਪਟਰ ਜਿਹੜਾ ਹੈਗਾ ਇਸ ਦੇ ਇੱਕ ਪਾਰਟ ਦੇ ਤੌਰ 'ਤੇ ਲੈ ਰਹੇ ਹਾਂ। ਸੋ ਜੈਨੇਟਿਕਸ ਹੈ ਕੀ? ਜੈਨੇਟਿਕਸ ਦੇ ਵਿੱਚ ਜੇ ਦੇਖਿਆ ਜਾਵੇ ਹੁਣ ਤੁਸੀਂ ਦੇਖੋ ਕਿ ਦੋ ਜਿਹੜੇ ਹੈਗੇ ਨੇ ਭੈਣ ਭਰਾ ਨੇ, ਉਹਨਾਂ ਨੇ ਕਰੈਕਟਰਸ ਆਪਣੇ ਪੇਰੈਂਟਸ ਤੋਂ ਲਏ ਆ। ਬਹੁਤ ਸਾਰੇ ਕਰੈਕਟਰਸ ਉਹਨਾਂ ਦੇ ਪੇਰੈਂਟਸ ਨਾਲ ਮਿਲਦੇ ਜੁਲਦੇ ਹੈ, ਬਟ ਐਟ ਦਾ ਸੇਮ ਟਾਈਮ ਬਹੁਤ ਸਾਰੇ ਕਰੈਕਟਰਸ ਇਹੋ ਜਿਹੇ ਵੀ ਤਾਂ ਹੈਗੇ ਨੇ ਜਿਹੜੇ ਉਹਨਾਂ ਦੇ ਆਪਣੇ ਪੇਰੈਂਟਸ ਦੇ ਨਾਲ ਨਹੀਂ ਮਿਲ ਰਹੇ, ਜਿਹੜੇ ਇੱਕ ਦੂਸਰੇ ਦੇ ਨਾਲ ਨਹੀਂ ਮਿਲ ਰਹੇ। ਇਟ ਮੀਨਸ ਜਦੋਂ ਅਸੀਂ ਕਰੈਕਟਰਸ ਦੀ ਗੱਲ ਕਰਾਂਗੇ ਤਾਂ ਉਹ ਸਿਮਿਲਰਿਟੀਜ਼ ਰਿਜ਼ੈਂਬਲੈਂਸਿਸ ਵੀ ਟਰਾਂਸਫਰ ਹੋਣਗੀਆਂ ਐਜ਼ ਵੈਲ ਐਜ਼ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ ਜਾਂਦੇ ਜਾਂਦੇ ਜਦੋਂ ਅਸੀਂ ਜਿਹੜੀ ਹੈਗੀ ਹੈ ਪੇਰੈਂਟਸ ਤੋਂ ਜਾਂਦੇ ਜਾਂਦੇ ਜਿਹੜੇ ਹੈਗੇ ਨੇ ਇੱਕ ਅਗਲੀ ਆਫਸਪ੍ਰਿੰਗ ਤੱਕ ਜਾਵਾਂਗੇ ਤਾਂ ਬਹੁਤ ਸਾਰੇ ਨਵੇਂ ਕਰੈਕਟਰਸ ਵੀ ਆ ਸਕਦੇ ਆ, ਬਹੁਤ ਸਾਰੀਆਂ ਵੇਰੀਏਸ਼ਨਸ ਵੀ ਆ ਜਾਂਦੀਆਂ ਨੇ ਜਿਹੜੀਆਂ ਵੇਰੀਏਸ਼ਨਸ ਪੇਰੈਂਟਸ ਕੋਲੇ ਨਹੀਂ ਹੈਗੀਆਂ। ਸੋ ਸਾਡੇ ਕੋਲੇ ਦੋ ਚੀਜ਼ਾਂ ਬਣਦੀਆਂ ਨੇ ਇੱਥੇ, ਇੱਕ ਚੀਜ਼ ਤਾਂ ਹੈ ਇਨਹੈਰੀਟੈਂਸ ਅਤੇ ਦੂਸਰਾ ਆਪਣੇ ਕੋਲੇ ਹੈਗਾ ਵੇਰੀਏਸ਼ਨ। ਇਨਹੈਰੀਟੈਂਸ ਕੀ ਹੈ ਬੇਟਾ? ਇਨਹੈਰੀਟੈਂਸ ਇੱਕ ਇਸ ਤਰ੍ਹਾਂ ਦਾ ਪ੍ਰੋਸੈਸ ਹੈ ਜਿਹਦੇ ਵਿੱਚ ਕਰੈਕਟਰਸ ਪੇਰੈਂਟਸ ਤੋਂ ਲੈ ਕੇ ਪ੍ਰੋਜਨੀ ਤੱਕ, ਮੀਨਸ ਟੂ ਕਿ ਪੇਰੈਂਟਸ ਤੋਂ ਲੈ ਕੇ ਬੱਚਿਆਂ ਤੱਕ ਕਰੈਕਟਰਸ ਜਾ ਰਹੇ ਹੈ। ਉਸ ਚੀਜ਼ ਨੂੰ ਅਸੀਂ ਇਨਹੈਰੀਟੈਂਸ ਬੋਲਦੇ ਹਾਂ। ਜਨਰਲ ਟਰਮ ਹੈ, ਆਪਾਂ ਆਮ ਵੀ ਬੋਲਦੇ ਹਾਂ ਕਿ ਕੋਈ ਜਿਹੜੀ ਹੈਗੀ ਆਪਣੇ ਕੋਲੇ
ਜ਼ਮੀਨ ਜਾਇਦਾਦ ਜੇ ਅਸੀਂ ਵਿਰਸੇ ਦੇ ਵਿੱਚੋਂ ਲੈ ਕੇ ਆਏ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਉਹ ਇਨਹੈਰੀਟੈਂਸ ਦੇ ਵਿੱਚ ਹੈ। ਸਾਡਾ ਜਿਹੜਾ ਕਲਚਰ ਹੈਗਾ ਅਸੀਂ ਪੁਰਾਣੇ ਵਿਰਸੇ ਤੋਂ ਲੈ ਕੇ ਚੱਲ ਰਹੇ ਹਾਂ, ਅਸੀਂ ਕਹਿੰਦੇ ਕਿ ਸਾਡਾ ਇਨਹੈਰੀਟੈਂਸ ਹੈ। ਸਿਮਿਲਰਲੀ ਪੇਰੈਂਟਸ ਤੋਂ ਬੱਚਿਆਂ ਤੱਕ ਜਿਹੜੇ ਕਰੈਕਟਰਸ ਜਾ ਰਹੇ ਨੇ ਉਹ ਕੀ ਚੀਜ਼ ਹੋ ਗਈ? ਇਨਹੈਰੀਟੈਂਸ। ਐਕਚੁਅਲ ਦੇ ਵਿੱਚ ਜਿਹੜਾ ਜੈਨੇਟਿਕਸ ਦਾ ਬੇਸ ਦੇਖਿਆ ਜਾਵੇ ਇਨਹੈਰੀਟੈਂਸ ਹੈ। ਦੈਨ ਦੂਸਰੀ ਗੱਲ ਕਰਦੇ ਹਾਂ ਅਸੀਂ ਵੇਰੀਏਸ਼ਨਸ ਦੀ। ਵੇਰੀਏਸ਼ਨਸ ਕੀ ਹੈ? ਵੇਰੀਏਸ਼ਨਸ ਉਹ ਚੇਂਜਸ ਹੈਗੀਆਂ ਨੇ ਜਿਹੜੀਆਂ ਚੇਂਜਸ ਆ ਜਾਂਦੀਆਂ ਨੇ ਜਦੋਂ ਅਸੀਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜਾਂਦੇ ਹਾਂ। ਦਿਸ ਇਜ਼ ਦ ਡਿਗਰੀ ਬਾਈ ਵਿਚ ਪ੍ਰੋਜਨੀ ਡਿਫਰੈਂਟ ਫਰੋਮ ਦੇਅਰ ਪੇਰੈਂਟਸ। ਉਸ ਚੀਜ਼ ਨੂੰ ਅਸੀਂ ਗੱਲ ਕਰਦੇ ਹਾਂ ਵੇਰੀਏਸ਼ਨ ਦੀ। ਸੋ ਇਹ ਕੁਛ ਜਨਰਲ ਟਰਮਸ ਸੀ ਕਿ ਜੈਨੇਟਿਕਸ ਕੀ ਚੀਜ਼ ਹੈ, ਇਨਹੈਰੀਟੈਂਸ ਕੀ ਹੈ, ਵੇਰੀਏਸ਼ਨ ਕੀ ਹੈ। ਜਨਰਲੀ ਮੈਂ ਇਹਨਾਂ ਟਰਮਸ ਬਾਰੇ ਦੱਸਿਆ। ਹੁਣ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਅਸੀਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਇਨਹੈਰੀਟੈਂਸ ਦੀ। ਸੋ ਦਿਸ ਇਜ਼ ਦ ਪ੍ਰੋਸੈਸ ਵਾਈ ਵਿਚ ਕਰੈਕਟਰਸ ਆਰ ਪਾਸ ਫਰੋਮ ਪੇਰੈਂਟ ਟੂ ਪ੍ਰੋਜਨੀ। ਸੋ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਦਿਸ ਇਜ਼ ਦਾ ਬੇਸਿਸ ਆਫ ਹੈਰੀਡਿਟੀ। ਜਿੰਨੀ ਵੀ ਜਿਹੜੀ ਹੈਰੀਡਿਟੀ ਹੈ ਉਸ ਜਿਹੜਾ ਬੇਸਿਸ ਹੈਗਾ ਉਹ ਪਾਸਿਸ ਆਫ ਕਰੈਕਟਰਸ ਹੈਗਾ ਪੇਰੈਂਟਸ ਤੋਂ ਲੈ ਕੇ ਪ੍ਰੋਜਨੀ ਤੱਕ। ਦੂਸਰੀ ਗੱਲ ਵੇਰੀਏਸ਼ਨ ਦੀ ਹੈ। ਵੇਰੀਏਸ਼ਨ ਕੀ ਹੈ ਕਿ ਜਿਹੜੇ ਬੱਚੇ ਹੈਗੇ ਨੇ, ਜਿਹੜੀ ਪ੍ਰੋਜਨੀ ਹੈਗੀ ਆਪਣੇ ਪੇਰੈਂਟਸ ਤੋਂ ਕਿੰਨਾ ਕੁ ਡਿਫਰ ਕਰਦੀ ਹੈਗੀ ਹੈ। ਦਿਸ ਇਜ਼ ਦ ਡਿਗਰੀ ਬਾਈ ਵਿਚ ਪ੍ਰੋਜਨੀ ਡਿਫਰ ਫਰੋਮ ਦ ਪੇਰੈਂਟਸ। ਵੇਰੀਏਸ਼ਨ ਮੇ ਬੀ ਇਨ ਟਰਮਸ ਆਫ ਮੋਰਫੋਲੋਜੀ। ਐਕਸਟਰਨਲ ਕਰੈਕਟਰਸ ਜਿਹੜੇ ਹੈਗੇ ਨੇ ਅਲੱਗ-ਅਲੱਗ ਹੋ ਸਕਦੇ ਨੇ। ਫਿਜ਼ੀਓਲੋਜੀ ਉਹਨਾਂ ਦਾ ਜਿਹੜਾ ਬਾਡੀ ਕਿਸ ਤਰ੍ਹਾਂ ਫਿਜ਼ੀਓਲੋਜੀ ਬਾਡੀ ਦੀ ਹੈਗੀ ਹੈ, ਐਜ਼ ਵੈਲ ਐਜ਼ ਉਹਨਾਂ ਦੇ ਜਿਹੜੇ ਹੈਗੇ ਨੇ ਬਿਹੇਵੀਅਰਿਸਟਿਕ ਕਰੈਕਟਰਿਸਟਿਕਸ, ਬਿਹੇਵੀਅਰ ਉਹਨਾਂ ਦਾ ਕਿਸ ਤਰ੍ਹਾਂ ਦਾ, ਉਹ ਵੀ ਵੇਰੀਏਸ਼ਨ ਹੋ ਸਕਦੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਬੋਲਦੇ ਹਾਂ ਵੇਰੀਏਸ਼ਨਸ। ਤਾਂ ਜਿਹੜੀਆਂ ਚੇਂਜਸ ਆਉਂਦੀਆਂ ਨੇ, ਵੇਰੀਏਸ਼ਨਸ ਆਉਂਦੀਆਂ ਨੇ, ਕਿਉਂ ਆਉਂਦੀਆਂ ਨੇ? ਇੱਕ ਤਾਂ ਹੁੰਦਾ ਰੀਸ਼ਫਲਿੰਗ ਆਫ ਜੀਨਸ ਔਰ ਕ੍ਰੋਮੋਸੋਮਸ। ਇਹ ਜਿਹੜੀ ਹੈਗੀ ਹੈ ਟਰਮ, ਜਿਹੜੀ ਰੀਸ਼ਫਲਿੰਗ ਜਿਹੜੀ ਹੈਗੀ ਜੀਨਸ ਦੀ ਜਾਂ ਕ੍ਰੋਮੋਸੋਮਸ ਦੀ, ਜਾਂ ਕ੍ਰੋਸਿੰਗ ਓਵਰ ਔਰ ਰਿਕੰਬੀਨੇਸ਼ਨਸ, ਜਾਂ ਮਿਊਟੇਸ਼ਨ ਕੀ ਹੈ, ਜਾਂ ਇਨਵਾਇਰਮੈਂਟ ਦਾ ਇਫੈਕਟ ਕਿਸ ਤਰ੍ਹਾਂ ਦਾ ਹੋ ਜਾਂਦਾ ਜਿਹਦੇ ਕਰਕੇ ਵੇਰੀਏਸ਼ਨਸ ਆਉਂਦੀਆਂ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਫਿਲਹਾਲ ਜਿਹੜੀਆਂ ਹੈਗੀਆਂ ਨਹੀਂ ਸਮਝ ਲੱਗਣਗੀਆਂ। ਜਨਰਲ ਜੀ ਆਪਾਂ ਗੱਲ ਜਿਹੜੀ ਹੈਗੀ ਟਰਮ ਨੂੰ ਦੇਖ ਕੇ ਸਾਨੂੰ ਪਤਾ ਲੱਗ ਜਾਣਾ, ਬਟ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਅਸੀਂ ਇਸੇ ਯੂਨਿਟ ਦੇ ਵਿੱਚ ਸਟੱਡੀ ਕਰਾਂਗੇ। ਸੋ ਅੱਗੇ ਆਪਣੇ ਆਪ ਹੀ ਆ ਜਾਣਗੀਆਂ ਇਹ ਸਾਰੀਆਂ ਚੀਜ਼ਾਂ, ਤੁਹਾਨੂੰ ਸਮਝ ਲੱਗ ਜਾਣਗੀਆਂ ਅਤੇ ਕਿ ਉੱਥੇ ਜਿਹੜੀਆਂ ਵੇਰੀਏਸ਼ਨ ਆਉਂਦੇ ਜਿਹੜੇ ਰੀਜ਼ਨ ਦੱਸੇ ਸੀ ਉਹ ਰੀਜ਼ਨ ਕੀ ਸੀ ਅਤੇ ਕਿਉਂ ਉਹ ਵੇਰੀਏਸ਼ਨਸ ਆਉਂਦੀਆਂ ਸੀ। ਬਟ ਫਿਲਹਾਲ ਆਪਾਂ ਇਹ ਗੱਲ ਕਰਨੀ ਹੈ ਕਿ ਵੇਰੀਏਸ਼ਨਸ ਆ ਕਿਵੇਂ ਰਹੀਆਂ ਨੇ, ਕਿਹੜੀਆਂ ਵੇਰੀਏਸ਼ਨਸ ਆ ਰਹੀਆਂ ਨੇ। ਸੋ ਕੁਝ ਹੋਰ ਟਰਮਸ ਹੈਗੀਆਂ ਨੇ, ਜਿਵੇਂ ਮੈਂ ਇੱਥੇ ਗੱਲ ਕੀਤੀ ਸੀ ਲਾਸਟ ਸਲਾਈਡ ਦੇ ਵਿੱਚ ਕਿ ਇਨਹੈਰੀਟੈਂਸ ਇਜ਼ ਦਾ ਬੇਸਿਸ ਆਫ ਹੈਰੀਡਿਟੀ। ਬਟ ਹੈਰੀਡਿਟੀ ਹੈਗੀ ਕੀ ਹੈ? ਹੈਰੀਡਿਟੀ ਉਹਨਾਂ ਸਾਰੇ ਕਰੈਕਟਰਸ ਦੀ ਟਰਾਂਸਮਿਸ਼ਨ ਹੈ ਜਿਹਦੇ ਵਿੱਚ ਰਿਜ਼ੈਂਬਲੈਂਸਿਸ ਵੀ ਆ ਜਾਣਗੀਆਂ ਐਜ਼ ਵੈਲ ਐਜ਼ ਵੇਰੀਏਸ਼ਨਸ ਵੀ ਆ ਜਾਣਗੀਆਂ। ਸਿਮਿਲਰ ਕਰੈਕਟਰਸ ਐਜ਼ ਵੈਲ ਐਜ਼ ਜਿਹੜੀਆਂ ਵੇਰੀਏਸ਼ਨਸ ਨੇ ਉਹਨਾਂ ਦਾ ਟਰਾਂਸਫਰ ਹੋ ਰਿਹਾ, ਉਹਨਾਂ ਦੀ ਟਰਾਂਸਮਿਸ਼ਨ ਹੋ ਰਹੀ ਹੈ ਫਰੋਮ ਵਨ ਜਨਰੇਸ਼ਨ ਟੂ ਨੈਕਸਟ ਜਨਰੇਸ਼ਨ। ਦਿਸ ਇਜ਼ ਕਾਲਡ ਹੈਰੀਡਿਟੀ। ਹੁਣ ਬੇਟਾ ਮੈਂ ਇੱਥੇ ਦੋ ਗੱਲਾਂ ਕੀਤੀਆਂ ਸੀ ਪਹਿਲੀ ਸਲਾਈਡ ਦੇ ਵਿੱਚ, ਜੇ ਤੁਸੀਂ ਦੇਖਿਆ ਹੋਵੇ ਤਾਂ ਇਹ ਸੀ ਇਨਹੈਰੀਟੈਂਸ ਐਂਡ ਵੇਰੀਏਸ਼ਨ। ਇਨਹੈਰੀਟੈਂਸ ਅਤੇ ਵੇਰੀਏਸ਼ਨ ਦੀ ਸਟੱਡੀ ਨੂੰ ਹੀ ਅਸੀਂ ਕਹਿੰਦੇ ਹਾਂ ਜੈਨੇਟਿਕਸ। ਸੋ ਉਹੀ ਜਿਹੜਾ ਹੈਗਾ ਬੇਟਾ ਆਪਣੇ ਕੋਲ ਇੱਥੇ ਜੈਨੇਟਿਕਸ ਦੀ ਡੈਫੀਨੇਸ਼ਨ ਹੈਗੀ ਹੈ। ਜੈਨੇਟਿਕਸ ਇਜ਼ ਦਾ ਸਟੱਡੀ ਆਫ ਇਨਹੈਰੀਟੈਂਸ ਐਂਡ ਵੇਰੀਏਸ਼ਨ। ਮੈਨੂੰ ਉਮੀਦ ਹੈ ਕਿ ਹੁਣ ਤੱਕ ਆਉਂਦੇ ਆਉਂਦੇ ਤੁਹਾਨੂੰ ਇਹ ਗੱਲ ਤਾਂ ਕਲੀਅਰ ਹੋ ਗਈ ਹੋਏਗੀ ਕਿ ਇਨਹੈਰੀਟੈਂਸ ਕੀ ਹੈ ਅਤੇ ਵੇਰੀਏਸ਼ਨ ਕੀ ਹੈ। ਸੋ ਅਸੀਂ ਜਿਹੜਾ ਹੈਗਾ ਬੇਟਾ ਇਸ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਸਾਰੀਆਂ ਜੈਨੇਟਿਕਸ ਦੇ ਵਿੱਚ ਚੀਜ਼ਾਂ ਦੀ ਗੱਲ ਕਰਦੇ ਹਾਂ, ਉਹਨਾਂ ਸਾਰੇ ਮੈਥਡਸ ਦੀ ਸਟੱਡੀ ਕਰਦੇ ਹਾਂ, ਉਹਨਾਂ ਸਾਰੇ ਮੈਕੈਨਿਜ਼ਮ ਦੀ ਸਟੱਡੀ ਕਰਦੇ ਹਾਂ ਜਿਹਦੇ ਨਾਲ ਜਿਹੜੇ ਕਰੈਕਟਰਸ ਹੈਗੇ ਨੇ ਉਹ ਪੇਰੈਂਟ ਤੋਂ ਲੈ ਕੇ ਆਫਸਪ੍ਰਿੰਗ ਤੱਕ ਜਾਂਦੇ ਹੈ। ਦੂਜੀ ਗੱਲ ਅਸੀਂ ਜੈਨੇਟਿਕਸ ਦੇ ਵਿੱਚ ਕੀ ਸਟੱਡੀ ਕਰਦੇ ਹਾਂ ਕਿ ਜਿਹੜੀ ਇਹ ਹੈਰੀਡਿਟੀ ਦੇ ਵਿੱਚ ਵੇਰੀਏਸ਼ਨਸ ਆ ਰਹੀਆਂ ਨੇ ਇਹਨਾਂ ਦੇ ਕਾਜ਼ਸ ਕੀ ਹੈ। ਜਿਵੇਂ ਮੈਂ ਪਿਛਲੀ ਸਲਾਈਡ ਦੇ ਵਿੱਚ ਤੁਹਾਨੂੰ ਦੱਸੇ ਸੀ ਕਾਜ਼ਸ ਬਰੀਫ ਦੇ ਵਿੱਚ, ਬਟ ਅੱਗੇ ਜਾ ਕੇ ਡਿਟੇਲ ਸਮਝ ਲੱਗ ਜਾਣਗੇ। ਸੋ ਜੈਨੇਟਿਕਸ ਦੇ ਵਿੱਚ ਅਸੀਂ ਦੋ ਚੀਜ਼ਾਂ ਸਟੱਡੀ ਕਰਾਂਗੇ, ਇੱਕ ਤਾਂ ਮੈਕੈਨਿਜ਼ਮ, ਜਿਹੜੇ ਮੈਕੈਨਿਜ਼ਮ ਦੇ ਨਾਲ ਕਰੈਕਟਰਸ ਟਰਾਂਸਫਰ ਹੋ ਰਹੇ ਆ ਫਰੋਮ ਪੇਰੈਂਟ ਟੂ ਆਫਸਪ੍ਰਿੰਗ, ਅਤੇ ਦੂਜੀ ਅਸੀਂ ਗੱਲ ਕਰਾਂਗੇ ਕਿ ਇਹਨਾਂ ਹੈਰੀਡਿਟੀ ਦੇ ਇਹਨਾਂ ਵੇਰੀਏਸ਼ਨਸ ਜਿਹੜੇ ਹੈਗੇ ਨੇ ਕਾਜ਼ਸ ਕੀ ਹੈਗੇ ਨੇ ਉਹਨਾਂ ਨੂੰ ਅਸੀਂ ਜੈਨੇਟਿਕਸ ਦੇ ਵਿੱਚ ਸਟੱਡੀ ਕਰਨਾ ਹੈ। ਸੋ ਜੈਨੇਟਿਕਸ ਜਿਹੜੀ ਹੈਗੀ ਹੈ, ਜੈਨੇਟਿਕਸ ਜਿਹੜੇ ਸਾਇੰਟਿਸਟ ਨਾਲ ਡੀਲ ਕਰ ਰਹੀ ਹੈ ਜਿਹਦੇ ਬਾਰੇ ਜਾਣਿਆ ਜਾਂਦਾ ਹੀ ਇਜ਼ ਗ੍ਰੇਗਰ ਜੋਹਨ ਮੈਂਡਲ। ਇਸ ਨੂੰ ਜਿਹੜਾ ਹੈਗਾ ਫਾਦਰ ਆਫ ਜੈਨੇਟਿਕਸ ਵੀ ਕਿਹਾ ਜਾਂਦਾ ਹੈ। ਸੋ ਇਹ ਫਾਦਰ ਆਫ ਜੈਨੇਟਿਕਸ ਕਿਉਂ ਹੈ? ਇਹਨਾਂ ਦੀ ਲਾਈਫ ਕਿਸ ਤਰ੍ਹਾਂ ਦੀ ਸੀ, ਕਿਸ ਤਰ੍ਹਾਂ ਦੇ ਇਹਨਾਂ ਨੇ ਐਕਸਪੈਰੀਮੈਂਟਸ ਕੀਤੇ ਜਿਹਦੇ ਕਰਕੇ ਇਹਨਾਂ ਨੂੰ ਫਾਦਰ ਆਫ ਜੈਨੇਟਿਕਸ ਕਿਹਾ ਜਾਂਦਾ ਹੈ, ਉਹ ਸਭ ਅਸੀਂ ਇੱਥੇ ਸਟੱਡੀ ਕਰਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਪੜ੍ਹਨਾ ਹੈਗਾ ਗ੍ਰੇਗਰ ਜੋਹਨ ਮੈਂਡਲ ਬਾਰੇ ਕਿ ਇਹਨਾਂ ਦੀ ਲਾਈਫ ਹਿਸਟਰੀ। ਸੋ ਗ੍ਰੇਗਰ ਜੋਹਨ ਮੈਂਡਲ, ਇਹਨਾਂ ਦਾ ਐਕਚੁਅਲ ਨਾਮ ਜੋਹਨ ਮੈਂਡਲ ਹੈ। ਗ੍ਰੇਗਰ ਨਾਮ ਇਹਨਾਂ ਦੇ ਨਾਮ ਨਾਲ ਬਾਅਦ ਦੇ ਵਿੱਚ ਜੋੜਿਆ ਗਿਆ। ਇਹਨਾਂ ਦਾ ਜਨਮ 1822 ਦੇ ਵਿੱਚ ਆਸਟਰੀਆ ਦੇ ਵਿੱਚ ਹੋਇਆ ਸੀ। ਆਸਟਰੀਆ ਕੰਟਰੀ ਹੈ
ਜਿਹੜੀ ਕਿ ਯੂਰਪ ਕੰਟੀਨੈਂਟ ਦੇ ਵਿੱਚ ਹੈ। ਜਰਮਨੀ, ਪੋਲੈਂਡ ਇਹੋ ਜਿਹੇ ਦੇਸ਼ਾਂ ਦੇ ਨਾਲ ਇਹ ਆਪਣੀ ਬਾਉਂਡਰੀ ਸ਼ੇਅਰ ਕਰ ਰਹੀ ਹੈ। ਸੋ ਯੂਰਪ ਦੀ ਇੱਕ ਕੰਟਰੀ ਹੈ ਆਸਟਰੀਆ, ਉੱਥੇ ਇਹਨਾਂ ਦਾ ਜਨਮ ਹੋਇਆ। ਇਹ ਆਪਣੀ ਫੈਮਿਲੀ ਦੇ ਵਿੱਚ ਐਕਚੁਅਲੀ ਇਹਨਾਂ ਦੀ ਲਾਈਫ ਬੜੀ ਸਟਰਗਲ ਵਾਲੀ ਲਾਈਫ ਹੈਗੀ ਹੈ। ਤਾਂ ਇਹ ਆਪਣੀ ਫੈਮਿਲੀ ਦੇ ਵਿੱਚ ਇਕੱਲੇ ਇਕੱਲੇ ਮੁੰਡੇ ਸੀ ਅਤੇ 2 ਸਿਸਟਰ ਸੀਗੀਆਂ ਇਹਨਾਂ ਦੀਆਂ, ਇੱਕ ਵੱਡੀ ਸੀ, ਇੱਕ ਛੋਟੀ ਸਿਸਟਰ ਸੀ। ਇਹਨਾਂ ਦੀ ਜਿਹੜੀ ਛੋਟੀ ਸਿਸਟਰ ਹੈ ਥੈਰੇਸੀਆ, ਉਹਨਾਂ ਨੇ ਇਹਨਾਂ ਦੀ ਕਾਫੀ ਹੈਲਪ ਕੀਤੀ ਹੈ ਸਟੱਡੀ ਦੇ ਟਾਈਮ ਦੇ ਵਿੱਚ। ਜਦੋਂ ਇੱਕ ਟਾਈਮ ਇਹਨਾਂ ਕੋਲ ਪੈਸਿਆਂ ਦੀ ਵੀ ਜ਼ਰੂਰਤ ਸੀ ਇਹਨਾਂ ਨੂੰ, ਤਾਂ ਇਹਨਾਂ ਦੀ ਛੋਟੀ ਸਿਸਟਰ ਨੇ ਜਿਹੜਾ ਹੈਗਾ ਕਾਫੀ ਪੈਸੇ ਵੀ ਇਹਨਾਂ ਨੂੰ ਦਿੱਤੇ। ਖੈਰ ਬਾਅਦ ਦੇ ਵਿੱਚ ਇਹਨਾਂ ਨੇ ਆਪਣੀ ਲਾਈਫ ਦੇ ਵਿੱਚ ਜਾ ਕੇ ਉਸ ਸਿਸਟਰ ਦੇ ਬੱਚਿਆਂ ਨੂੰ ਵੀ ਪੜ੍ਹਾਇਆ, ਉਹਨਾਂ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣ ਦੇ ਵਿੱਚ ਵੀ ਇਹਨਾਂ ਦਾ ਰੋਲ ਰਿਹਾ। ਸੋ ਉਹਨਾਂ ਦਾ ਸਟਾਰਟਿੰਗ ਦੇ ਵਿੱਚ ਹੀ ਆਪਾਂ ਗੱਲ, ਕਿਉਂਕਿ ਆਪਣੀ ਜੈਨੇਟਿਕਸ ਦੇ ਨਾਲ ਰਿਲੇਟਡ ਹੈ, ਸੋ ਜਿੰਨੀਆਂ ਵੀ ਗੱਲਾਂ ਅਸੀਂ ਇਹਨਾਂ ਦੀ ਲਾਈਫ ਹਿਸਟਰੀ ਬਾਰੇ ਕਰਾਂਗੇ, ਅਸੀਂ ਬੜੀ ਬਰੀਫ ਦੇ ਵਿੱਚ ਲਾਈਫ ਹਿਸਟਰੀ ਸਟੱਡੀ ਕਰ ਰਹੇ ਹਾਂ। ਉਹ ਲਗਭਗ ਗੱਲਾਂ ਇਹਨਾਂ ਦੀਆਂ ਜਿਸ ਤਰ੍ਹਾਂ ਦਾ ਆਪਣਾ ਜੈਨੇਟਿਕਸ ਦਾ ਕੰਮ ਹੈ ਉਹਦੇ ਨਾਲ ਰਿਲੇਟਡ ਕਰਾਂਗੇ। ਉਹਨਾਂ ਦਾ ਸਟਾਰਟਿੰਗ ਤੋਂ ਹੀ ਗਾਰਡਨਿੰਗ ਦੇ ਵਿੱਚ ਅਤੇ ਬੀ ਕੀਪਿੰਗ ਦੇ ਵਿੱਚ ਬੜਾ ਇੰਟਰਸਟ ਸੀਗਾ। ਫਿਰ ਸਕੂਲਿੰਗ ਉਹਨਾਂ ਨੇ ਕੀਤੀ। ਸਕੂਲਿੰਗ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਉਹ ਯੂਨੀਵਰਸਿਟੀ ਦੇ ਵਿੱਚ ਰਹੇ 1840 ਤੋਂ ਲੈ ਕੇ 1843 ਤੱਕ। ਜਦੋਂ ਇਹਨਾਂ ਦੀ ਇਹ ਐਜੂਕੇਸ਼ਨ ਚੱਲ ਰਹੀ ਸੀ ਤਾਂ ਇਹਨਾਂ ਨੂੰ 2 ਵਾਰ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਇਲਨੈਸ ਕਰਕੇ ਸਟੱਡੀ ਦੇ ਵਿੱਚ ਕਾਫੀ ਪ੍ਰੋਬਲਮਸ ਆਈਆਂ। ਇੱਕ ਵਾਰ ਇਹਨਾਂ ਨੂੰ 4 ਮਹੀਨਿਆਂ ਵਾਸਤੇ ਇਲਨੈਸ ਲਈ ਜਿਹੜੀ ਹੈਗੀ ਸਟੱਡੀ ਦਾ ਬ੍ਰੇਕ ਪਿਆ। ਫਿਰ ਉਸ ਤੋਂ ਬਾਅਦ 'ਚ 1 ਸਾਲ ਵਾਸਤੇ ਸਟੱਡੀ ਦਾ ਬ੍ਰੇਕ ਪਿਆ। ਸੋ ਬਿਮਾਰ ਰਹਿੰਦੇ ਸੀ, ਜਿਸ ਕਰਕੇ ਜਿਹੜਾ ਹੈਗਾ ਇਹ ਫਿਰ ਕੁਛ ਘਰ ਦੀਆਂ ਪ੍ਰੋਬਲਮਸ ਕਰਕੇ, ਪੈਸੇ ਨਾ ਹੋਣ ਕਰਕੇ, ਫਿਰ ਅਲਟੀਮੇਟਲੀ ਜਿਹੜਾ ਹੈਗਾ ਇਹਨਾਂ ਨੇ ਜਾ ਕੇ ਇੱਕ ਪ੍ਰਾਈਸ ਜਿਹੜੇ ਹੈਗੇ ਨੇ ਇਸ ਦੇ ਵਿੱਚ ਇਹ ਮੌਂਕ ਜਿਹੜੇ ਹੈਗੇ 1843 ਦੇ ਵਿੱਚ ਇੱਕ ਰਿਲੀਜੀਅਸ ਪਰਸਨ ਜਿਹੜਾ ਮੌਂਕ ਹੁੰਦਾ ਉਸ ਦੇ ਵਿੱਚ ਜਿਹੜੀ ਹੈਗੀ ਇਹ ਸੇਂਟ ਥੋਮਸ ਬਰਨ ਜਿਹੜੀ ਹੈਗੀ ਇੱਕ ਸਿਟੀ ਆ ਆਸਟਰੀਆ ਦੀ, ਉਸ ਦੇ ਵਿੱਚ ਚਲੇ ਗਏ। ਉੱਥੇ ਨਾਲ ਇਹਨਾਂ ਨੇ ਆਪਣੀ ਸਟੱਡੀ ਵੀ ਕੀਤੀ, ਆਪਣੇ ਐਕਸਪੈਰੀਮੈਂਟ ਵੀ ਕੀਤੇ। ਇੱਥੇ ਜਾ ਕੇ ਇਹਨਾਂ ਦੇ ਨਾਮ ਦੇ ਮੂਹਰੇ ਜਿਹੜਾ ਇਹ ਅੱਖਰ ਜਿਹੜਾ ਗ੍ਰੇਗਰ ਹੈਗਾ ਇਹ ਜੋੜਿਆ ਗਿਆ, ਕਿਉਂਕਿ ਇਸ ਦਾ ਮਤਲਬ ਜਿਹੜਾ ਹੈਗਾ ਇੱਕ ਰਿਲੀਜੀਅਸ ਪਰਸਨ ਹੁੰਦਾ ਹੈ। ਸੋ ਉਹ ਜਿਹੜਾ ਵਰਡ ਇਹਨਾਂ ਦੇ ਨਾਮ ਦੇ ਨਾਲ ਜੋੜਿਆ ਗਿਆ। ਤਾਂ ਇੱਥੇ ਜਿਹੜਾ ਹੈਗਾ ਇਹਨਾਂ ਨੇ ਐਕਸਪੈਰੀਮੈਂਟ ਜਿਹੜੇ ਕੀਤੇ, ਜਿੰਨੇ ਵੀ ਆਪਣਾ ਜਿਹੜਾ ਜੈਨੇਟਿਕਸ ਦਾ ਕੰਮ ਹੈਗਾ ਉਹ ਇੱਥੇ ਰਹਿ ਕੇ ਕੀਤਾ। ਦੈਨ ਜਿਹੜਾ ਹੈਗਾ ਇਹਨਾਂ ਨੂੰ ਉਸ ਤੋਂ ਬਾਅਦ ਦੇ ਵਿੱਚ 1856 ਦੇ ਅਰਾਊਂਡ ਇਹਨਾਂ ਨੇ ਆਪਣੇ ਐਕਸਪੈਰੀਮੈਂਟ ਸਟਾਰਟ ਕੀਤੇ ਸੀ। ਲਗਭਗ 10-11 ਸਾਲ 65 ਤੱਕ ਇਹਨਾਂ ਨੇ ਆਪਣੇ ਐਕਸਪੈਰੀਮੈਂਟਸ ਜਿਹੜੇ ਹੈਗੇ ਕੰਡਕਟ ਕੀਤੇ ਹੈ। 1866 ਦੇ ਵਿੱਚ ਇਹਨਾਂ ਨੇ ਆਪਣੇ ਐਕਸਪੈਰੀਮੈਂਟ ਪਬਲਿਸ਼ ਕੀਤੇ ਹੈਗੇ ਹੈ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਉੱਥੇ ਜਿੱਥੇ ਇਹ ਪੜ੍ਹਾ ਰਹੇ, ਜਿੱਥੇ ਜਿਹੜੇ ਇਹ ਮੌਂਕ ਸੀ, ਜਿੱਥੇ ਉਹਨਾਂ ਨੂੰ ਇੱਕ ਜਿਵੇਂ ਉਸ ਦਾ ਹੈੱਡ ਹੁੰਦਾ ਆਪਾਂ ਕਹਿ ਸਕਦੇ ਹਾਂ, ਉਸ ਤਰ੍ਹਾਂ ਦਾ ਇੱਕ ਅਹੁਦਾ ਉੱਥੇ ਦਿੱਤਾ ਗਿਆ 1867 ਦੇ ਵਿੱਚ। ਤਾਂ ਇੱਥੇ ਤੱਕ ਇਹਨਾਂ ਨੇ ਰਿਸਰਚ ਕੀਤੀ। ਇਸ ਤੋਂ ਬਾਅਦ ਦੇ ਵਿੱਚ ਇਹ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਹੋ ਗਏ। ਇਹਨਾਂ ਦਾ ਜਿਹੜਾ ਹੈਗਾ, ਕਿਉਂਕਿ ਗੌਰਮੈਂਟ ਨੇ ਉਸ ਟਾਈਮ ਦੇ ਉੱਤੇ ਕੁਝ ਟੈਕਸ ਇੰਪੋਜ਼ ਕੀਤੇ ਸੀ ਧਾਰਮਿਕ ਸੰਸਥਾਵਾਂ ਦੇ ਉੱਤੇ, ਉਹਨਾਂ ਟੈਕਸਿਸ ਨੂੰ ਲੈ ਕੇ ਇਹਨਾਂ ਦਾ ਗੌਰਮੈਂਟ ਦੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਡਿਸਪਿਊਟ ਰਿਹਾ। ਅਤੇ ਆਪਣੇ ਐਂਡ ਟਾਈਮ ਤੱਕ 1882 ਦੇ ਵਿੱਚ ਜਿਹੜੇ ਹੈਗੇ ਇਹਨਾਂ ਦੀ ਡੈਥ ਹੁੰਦੀ ਹੈ। ਤਾਂ ਉਦੋਂ ਤੱਕ ਜਿਹੜਾ ਹੈਗਾ ਇਹਨਾਂ ਨੇ ਲਗਭਗ ਜਿੰਨੇ ਵੀ ਆਪਣੇ ਕੰਮ ਸੀਗੇ ਜਿਹੜੇ ਉਹ ਤਾਂ 1867 ਤੱਕ ਹੀ ਕਰ ਲਏ ਸੀ। ਪਿਛਲਾ ਸਮਾਂ ਜਿਹੜਾ ਹੈਗਾ ਉਹਨਾਂ ਨੇ ਆਪਣੇ ਐਕਸਪੈਰੀਮੈਂਟਸ ਦੇ ਵਿੱਚ ਨਹੀਂ ਲਗਾਇਆ। ਉਸ ਦਾ ਇੱਕ ਬੜਾ ਵੱਡਾ ਰੀਜ਼ਨ ਇਹ ਸੀ ਕਿ 1866 ਦੇ ਵਿੱਚ ਇਹਨਾਂ ਨੇ ਜਦੋਂ ਆਪਣੀਆਂ ਜਿੰਨੇ ਵੀ ਵਰਕ ਸੀਗਾ ਉਸ ਨੂੰ ਪਬਲਿਸ਼ ਕਰਤਾ ਸੀ। ਕੰਮ ਨੂੰ ਪਬਲਿਸ਼ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਉਸ ਸਮੇਂ ਦੇ ਵਿਗਿਆਨੀ ਸੀਗੇ ਉਹਨਾਂ ਨੇ ਇਹਨਾਂ ਦੇ ਕੰਮ ਨੂੰ ਕੋਈ ਰੈਕੋਗਨੀਸ਼ਨ ਨਹੀਂ ਦਿੱਤੀ। ਕਿਸੇ ਨੂੰ ਇਹ ਲੱਗਿਆ ਨਹੀਂ ਹੈ ਕਿ ਇਹਨਾਂ ਨੇ ਕੋਈ ਬਹੁਤ ਵਧੀਆ ਕੰਮ ਕੀਤਾ ਹੈ। ਸੋ ਇਹਨਾਂ ਨੇ ਆਪਣੀ ਪਬਲੀਕੇਸ਼ਨ ਕਿੱਥੇ ਕੀਤੀ ਸੀ? ਐਨੂਅਲ ਪ੍ਰੋਸੀਡਿੰਗ ਔਨ ਦਾ ਨੈਚੁਰਲ ਹਿਸਟਰੀ ਸੋਸਾਇਟੀ ਇਨ ਬਰਨ, ਤਾਂ ਉਹਦੇ ਵਿੱਚ ਪਬਲੀਕੇਸ਼ਨ ਕੀਤੀ ਸੀ। ਕਿਸੇ ਨੂੰ ਇਹ ਲੱਗਿਆ ਨਹੀਂ ਹੈ ਕਿ ਕੋਈ ਇਹਨਾਂ ਨੇ ਕੋਈ ਬਹੁਤਾ ਵਧੀਆ ਕੰਮ ਕੀਤਾ। ਦੈਟਸ ਵਾਈ ਇਹਨਾਂ ਨੇ ਉਸ ਤੋਂ ਬਾਅਦ 'ਚ ਆਪਣੀ ਰਿਸਰਚ ਅਤੇ ਜੈਨੇਟਿਕਸ ਦੇ ਵਿੱਚ ਜਿੰਨਾ ਵੀ ਕੰਮ ਸੀਗਾ ਉਸ 'ਤੇ ਕੋਈ ਧਿਆਨ ਨਹੀਂ ਦਿੱਤਾ। ਇਹ ਪਹਿਲੇ ਇਹੋ ਜਿਹੇ ਇਨਸਾਨ ਸੀ ਜਿਨ੍ਹਾਂ ਨੇ ਜੈਨੇਟਿਕਸ ਦੇ ਉੱਤੇ ਕੰਮ ਕੀਤਾ। ਅਤੇ 1884 ਦੇ ਵਿੱਚ ਇਹਨਾਂ ਨੂੰ ਪਤਾ ਹੀ ਨਹੀਂ ਕਿ ਇਹਨਾਂ ਨੇ ਕਿੰਨਾ ਵੱਡਾ ਕੰਮ ਕਰਤਾ, ਕਿੰਨੀ ਜਿਹੜੀ ਹੈਗੀ ਇੰਪੋਰਟੈਂਟ ਬ੍ਰਾਂਚ ਆਫ ਬਾਇਓਲੋਜੀ ਜਿਹੜੀ ਹੈਗੀ ਉਹ ਦੇ ਕੇ ਜਾ ਰਹੇ ਇਸ ਦੁਨੀਆ ਨੂੰ, ਅਨਨੋਇੰਗਲੀ ਆਫ ਦਾ ਫੈਕਟ ਕਿ ਇਹਨਾਂ ਨੇ ਇੰਨਾ ਵਧੀਆ ਕੰਮ ਕੀਤਾ। ਇਹਨਾਂ ਦੀ ਡੈਥ ਹੋ ਜਾਂਦੀ ਹੈ। ਇਹਨਾਂ ਦੀ ਡੈਥ ਹੋਣ ਤੱਕ ਇਹਨਾਂ ਨੂੰ ਪਤਾ ਨਹੀਂ ਸੀ ਕਿ ਇਹਨਾਂ ਦੀ ਕੰਮ ਦੀ ਇੰਨੀ ਜ਼ਿਆਦਾ ਇੰਪੋਰਟੈਂਸ ਬਾਅਦ ਦੇ ਵਿੱਚ ਪੈ ਜਾਣੀ ਹੈ। ਇਹਨਾਂ ਨੂੰ ਫਾਦਰ ਆਫ ਜੈਨੇਟਿਕਸ ਇਹਨਾਂ ਦੀ ਡੈਥ ਤੋਂ ਬਾਅਦ 'ਚ ਕਿਹਾ ਗਿਆ। 1901 ਦੇ ਵਿੱਚ ਜਾ ਕੇ ਕਿਤੇ ਇਹਨਾਂ ਦੇ ਐਕਸਪੈਰੀਮੈਂਟ ਜਿਹੜੇ ਸਟੱਡੀ ਕੀਤੇ ਗਏ ਆ। ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਆਪਣੇ ਮਾਈਂਡ ਦੇ ਵਿੱਚ ਕੁਐਸਚਨ ਆਉਣਾ ਚਾਹੀਦਾ ਹੈ ਕਿ ਜਿਹੜਾ ਮੈਂਡਲ ਨੇ ਇੰਨਾ ਜ਼ਿਆਦਾ ਕੰਮ ਕੀਤਾ ਸੀ ਉਹ ਕੰਮ ਨੂੰ ਰੈਕੋਗਨੀਸ਼ਨ ਕਿਉਂ ਨਹੀਂ ਮਿਲੀ? ਕਿਉਂ ਉਹ ਜਿਹੜਾ ਹੈਗਾ 1867 ਤੱਕ ਆਪਣੇ ਸਾਰੇ ਐਕਸਪੈਰੀਮੈਂਟ ਕੰਡਕਟ ਕਰ ਦਿੰਦੇ ਹੈ, 1884 ਤੱਕ ਜਿਹੜਾ ਹੈਗਾ ਉਹ ਰਹਿੰਦੇ ਆ, ਅਤੇ ਇਹਨਾਂ 15-20 ਸਾਲਾਂ ਦੇ ਵਿੱਚ ਉਹਨਾਂ ਦੇ ਕੰਮ ਨੂੰ ਬਿਲਕੁਲ ਵੀ ਰੈਕੋਗਨੀਸ਼ਨ ਨਹੀਂ ਮਿਲਦੀ। ਕੀ ਰੀਜ਼ਨ ਰਹਿੰਦੇ ਆ ਉਸਦੇ?
ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਕਿ ਜਿਹੜਾ ਇਹਨਾਂ ਨੇ ਕੰਮ ਉਸ ਸਮੇਂ ਦੇ ਉੱਤੇ ਕੀਤਾ ਸੀ ਦੈਟ ਵਾਜ਼ ਅਹੈਡ ਆਫ ਟਾਈਮ, ਉਹ ਸਮੇਂ ਤੋਂ ਬਹੁਤ ਐਡਵਾਂਸ ਸੀ। ਉਦੋਂ ਦੇ ਸਾਇੰਟਿਸਟ ਇੰਨਾ ਜ਼ਿਆਦਾ ਨਹੀਂ ਸੀ ਸੋਚ ਰਹੇ ਕਿ ਇਸ ਤਰੀਕੇ ਨਾਲ ਜੈਨੇਟਿਕਸ ਇੱਕ ਬ੍ਰਾਂਚ ਹੋ ਸਕਦੀ ਹੈ। ਦੈਟਸ ਵਾਈ ਜਿਹੜਾ ਹੈਗਾ ਉਹਨਾਂ ਦੇ ਕੰਮ ਨੂੰ ਰੈਕੋਗਨੀਸ਼ਨ ਨਾ ਮਿਲਣ ਦਾ ਇੱਕ ਬਹੁਤ ਵੱਡਾ ਕਾਰਨ ਇਹ ਵੀ ਰਿਹਾ। ਦੂਸਰੀ ਗੱਲ ਇਹ ਸੀ ਕਿ ਉਹਨਾਂ ਨੇ ਆਪਣਾ ਜਿਹੜਾ ਕੰਮ ਸੀ ਉਹ ਜਦੋਂ ਪਬਲੀਕੇਸ਼ਨ ਕੀਤੀ ਉਸ ਦੀ, ਜਿਹੜੇ ਜਰਨਲ ਦੇ ਵਿੱਚ ਅਸੀਂ ਉੱਤੇ ਨਾਮ ਲਿਖਾ ਵੀ ਐਨੂਅਲ ਪ੍ਰੋਸੀਡਿੰਗ ਆਫ ਔਨ ਦਾ ਨੈਚੁਰਲ ਹਿਸਟਰੀ ਸੋਸਾਇਟੀ, ਤਾਂ ਇਸ ਮੈਗਜ਼ੀਨ ਦੀ, ਇਸ ਜਰਨਲ ਦੀ ਇੰਨੀ ਜ਼ਿਆਦਾ ਸਰਕੂਲੇਸ਼ਨ ਨਹੀਂ ਸੀ। ਮਤਲਬ ਕਿ ਉਹ ਜਿੱਥੇ ਹੈਗੇ ਸੀ ਨੇੜੇ ਨੇੜੇ ਦੇ ਜਿਹੜੇ ਦੇਸ਼ ਸੀਗੇ ਉੱਥੋਂ ਤੱਕ ਜਾਂਦਾ ਸੀ, ਵਰਲਡ ਵਾਈਡ ਉਸ ਦੀ ਡਿਸਟਰੀਬਿਊਸ਼ਨ ਨਹੀਂ ਸੀ। ਕਿਉਂਕਿ ਹੁੰਦਾ ਕੀ ਹੈ, ਜਦੋਂ ਇੱਕ ਵਿਗਿਆਨੀ ਕੋਈ ਕੰਮ ਕਰ ਰਿਹਾ ਹੈ ਦੂਸਰੇ ਕਿਸੇ ਹੋਰ ਦੇਸ਼ ਦੇ ਵਿੱਚ ਉਸ ਦੇ ਨਾਲ ਰਿਲੇਟਡ ਜਿਹੜਾ ਕੰਮ ਕਿਤੇ ਹੋਰ ਚੱਲ ਰਿਹਾ, ਜੇ ਉਹਨਾਂ ਨੂੰ ਪਤਾ ਲੱਗੂਗਾ, ਅੱਜ ਕੱਲ੍ਹ ਤਾਂ ਬੜਾ ਐਡਵਾਂਸ ਟਾਈਮ ਹੈਗਾ, ਅੱਜ ਕੱਲ੍ਹ ਤਾਂ ਇੰਟਰਨੈਟ ਦੇ ਉੱਤੇ ਨਾਲ ਦੀ ਨਾਲ ਇਨਫੋਰਮੇਸ਼ਨ ਚਲੀ ਜਾਂਦੀ ਹੈ, ਤਾਂ ਦੂਸਰੇ ਕਿਤੇ ਹੋਰ ਬੈਠੇ ਜਿਹੜੇ ਕੰਮ ਕਰ ਰਹੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂਡਲ ਨੇ ਕਿਸ ਤਰ੍ਹਾਂ ਦਾ ਕੰਮ ਕੀਤਾ। ਹੋ ਸਕਦਾ ਉਹਨਾਂ ਦੀ ਪਬਲੀਕੇਸ਼ਨ ਜਿਹੜੀ ਹੈਗੀ ਹੈ ਉਹਦੀ ਸਰਕੂਲੇਸ਼ਨ ਵਧੀਆ ਹੁੰਦੀ ਤਾਂ ਦੂਸਰੇ ਸਾਇੰਟਿਸਟ ਨੂੰ ਪਤਾ ਲੱਗ ਜਾਂਦਾ। ਹੀ ਵਾਜ਼ ਹਿਮਸੈਲਫ ਨਾਟ ਸ਼ੇਅਰ ਅਬਾਊਟ ਹਿਜ਼ ਫਾਈਂਡਿੰਗ, ਉਹ ਆਪ ਵੀ ਜਿਹੜਾ ਹੈਗਾ ਆਪਣੀਆਂ ਫਾਈਂਡਿੰਗਸ ਬਾਰੇ ਸ਼ੋਰ ਨਹੀਂ ਸੀ। ਉਹਦਾ ਰੀਜ਼ਨ ਕੀ ਸੀ? ਕਿਉਂਕਿ ਉਹਨਾਂ ਨੇ ਆਪਣੇ ਐਕਸਪੈਰੀਮੈਂਟ ਜਿਹੜੇ ਹੈਗੇ ਕਰ ਲਏ ਪਾਈਜ਼ਮ ਸਟਾਈਵਮ ਪੀ ਪਲਾਂਟ 'ਤੇ ਕੀਤੇ ਹੈ। ਬਾਅਦ 'ਚੋਂ ਉਹਨਾਂ ਨੇ ਆਪਣੇ ਐਕਸਪੈਰੀਮੈਂਟ ਜਿਹੜੇ ਹੈਗੇ ਨੇ ਕਿਸੇ ਹੋਰ ਪਲਾਂਟ ਦੇ ਉੱਤੇ ਜਦੋਂ ਕਰਕੇ ਦੇਖੇ, ਹੌਕਵੀਟ 'ਤੇ ਕਰਕੇ ਦੇਖੇ, ਤਾਂ ਉਹਨਾਂ ਐਕਸਪੈਰੀਮੈਂਟਸ ਦੇ ਸੇਮ ਰਿਜ਼ਲਟ ਨਹੀਂ ਆਏ। ਇਸ ਕਰਕੇ ਉਹ ਆਪ ਵੀ ਆਪਣੀਆਂ ਫਾਈਂਡਿੰਗਸ ਜਿਹੜੀਆਂ ਉਹਨਾਂ ਨੇ ਪਬਲਿਸ਼ ਕੀਤੀਆਂ ਸੀਗੀਆਂ ਉਹਦੇ ਬਾਰੇ ਇੰਨਾ ਜ਼ਿਆਦਾ ਸ਼ੋਰ ਨਹੀਂ ਸੀਗੇ। ਹੀ ਲੈਕਡ ਅਗਰੈਸਿਵਨੈਸ ਇਨ ਹਿਜ਼ ਪਰਸਨੈਲਿਟੀ। ਜੇ ਆਪਾਂ ਕਿਸੇ ਨੂੰ ਕੋਈ ਗੱਲ ਕਹਿਣੀ ਹੈ, ਆਪਾਂ ਚਾਹੀਦੀ ਬਿਲਕੁਲ ਸਹੀ ਹੈ, ਆਪਾਂ ਆਪਣੀ ਗੱਲ ਨੂੰ ਪ੍ਰੈਜ਼ੈਂਟ ਕਰਨਾ, ਤਾਂ ਉਸ ਦੇ ਲਈ ਆਪਣੇ ਵਿੱਚ ਆਪਣੀ ਗੱਲ ਨੂੰ ਕਹਿਣ ਦਾ ਪੋਟੈਂਸ਼ੀਅਲ ਵੀ ਹੋਣਾ ਚਾਹੀਦਾ ਹੈ, ਅਗਰੈਸਿਵਨੈਸ ਵੀ ਹੋਣੀ ਚਾਹੀਦੀ ਹੈ। ਤਾਂ ਉਹ ਅਗਰੈਸਿਵਨੈਸ ਜਿਹੜੀ ਹੈਗੀ ਆ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਨਹੀਂ ਸੀ, ਬੜੇ ਜੈਂਟਲ ਬੰਦੇ ਸੀ। ਇਸ ਕਰਕੇ ਜਿਹੜੀ ਉਹ ਗੱਲ ਕਹਿਤੀ ਉਹਨਾਂ ਨੇ, ਉਸ ਨੂੰ ਕਿਸੇ ਨੇ ਸੁਣੀ ਹੀ ਨਹੀਂ ਧਿਆਨ ਨਾਲ। ਅਤੇ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਕਿ ਉਹਨਾਂ ਨੇ ਜਿਹੜੀਆਂ ਬਾਇਓਲੋਜੀਕਲ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਅਪਰੋਚ ਅਡਾਪਟ ਕੀਤੀ ਸੀ, ਉਹ ਅਪਰੋਚ ਉਹਨਾਂ ਦੀ ਮੈਥੇਮੈਟੀਕਲ ਅਪਰੋਚ ਸੀ। ਹੁਣ ਤੁਸੀਂ ਬੇਟਾ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਵੀ ਗੱਲ ਕਰੋ, ਆਪਾਂ ਤਾਂ ਜਿਹੜਾ ਹੈਗਾ ਇਹ ਤਾਂ ਗੱਲ 19ਵੀਂ ਸਦੀ ਦੀ ਗੱਲ ਹੈ, ਅਤੇ ਹੁਣ ਜਿਹੜੀ 21ਵੀਂ ਸਦੀ ਚੱਲ ਰਹੀ ਹੈ, ਜੇ ਅਸੀਂ ਹੁਣ ਵੀ ਗੱਲ ਕਰੀਏ, ਹੁਣ ਵੀ ਅਸੀਂ ਬਾਇਓਲੋਜੀ ਅਤੇ ਮੈਥੇਮੈਟਿਕਸ ਨੂੰ ਅਲੱਗ-ਅਲੱਗ ਸਬਜੈਕਟ ਮੰਨੀ ਜਾਂਦੇ ਹਾਂ। ਨਾਨ ਮੈਡੀਕਲ ਵਾਲੇ ਸਟੂਡੈਂਟਸ ਮੈਥ ਪੜ੍ਹਦੇ ਆ ਜੀ, ਅਸੀਂ ਬਾਇਓ ਪੜ੍ਹਦੇ ਹਾਂ ਜੀ, ਪਰ ਜਦੋਂ ਕਿ ਸਬਜੈਕਟ ਤਾਂ ਸਾਰੇ ਜਿਹੜੇ ਹੈਗੇ ਇੱਕੋ ਹੀ ਹੈ ਨਾ, ਸਬਜੈਕਟ ਤਾਂ ਸਾਰੇ ਇੱਕ ਦੂਜੇ ਨਾਲ ਇੰਟਰਲੇਟਡ ਹੈ। ਤਾਂ ਉਹਨਾਂ ਨੇ ਬਾਇਓਲੋਜੀਕਲ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਮੈਥੇਮੈਟਿਕਸ ਦੀ ਹੈਲਪ ਲਈ ਸੀ। ਤਾਂ ਉਦੋਂ ਦੇ ਸਾਇੰਟਿਸਟ ਨੂੰ ਬੜਾ ਇਹ ਅਜੀਬ ਜਿਹਾ ਲੱਗਿਆ ਸੀ ਕਿ ਬਾਇਓਲੋਜੀ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਮੈਥੇਮੈਟੀਕਲ ਅਪਰੋਚ ਕਿਸ ਤਰ੍ਹਾਂ ਅਡਾਪਟ ਕੀਤੀ ਜਾ ਰਹੀ ਹੈ। ਇਸ ਕਰਕੇ ਮੈਂ ਪਹਿਲੀ ਗੱਲ ਕੀਤੀ ਹੈ ਕਿ ਉਹਨਾਂ ਦਾ ਕੰਮ ਸਮੇਂ ਤੋਂ ਐਡਵਾਂਸ ਸੀ। ਦੂਸਰੀ ਗੱਲ ਇਹ ਸੀ ਕਿ ਜਿਹੜੇ ਉਸ ਸਮੇਂ ਦੇ ਜਿਹੜੇ ਹੈਗੇ ਨੇ, ਇੱਥੇ ਮਾਈਨਰ ਬਾਇਓਲੋਜਿਸਟ ਲਿਖਿਆ ਗਿਆ, ਮਾਈਨਰ ਬਾਇਓਲੋਜਿਸਟ ਨਹੀਂ, ਮਾਈਂਡ ਆਫ ਦਾ ਬਾਇਓਲੋਜਿਸਟ, ਜਿਹੜੇ ਉਸ ਸਮੇਂ ਦੇ ਵਿਗਿਆਨੀ ਸੀ, ਉਹਨਾਂ ਦਾ ਦਿਮਾਗ ਪਹਿਲਾਂ ਹੀ ਜਿਹੜੇ ਹੈਗੇ ਨੇ ਕੰਟੈਂਪਰੇਰੀ, ਜਿਹੜੇ ਡਾਰਵਿਨ, ਇਹਦੇ ਮੈਂਡਲ ਦੇ ਕੰਟੈਂਪਰੇਰੀ ਸਾਇੰਟਿਸਟ ਸੀਗੇ। ਕੰਟੈਂਪਰੇਰੀ ਦਾ ਮਤਲਬ ਹੁੰਦਾ ਸਮਕਾਲੀ, ਕਿ ਜਿਹੜੇ ਉਹਨਾਂ ਦੇ ਸਮਕਾਲੀ ਵਿਗਿਆਨੀ ਸੀਗੇ, ਉਦੋਂ ਡਾਰਵਿਨ ਦੀ ਥਿਊਰੀ ਆਈ ਹੋਈ ਸੀ ਐਵੋਲਿਊਸ਼ਨ ਦੀ, ਸਾਰਿਆਂ ਦਾ ਧਿਆਨ ਡਾਰਵਿਨ ਦੀ ਥਿਊਰੀ ਵੱਲ ਹੀ ਸੀਗਾ। ਇਸ ਕਰਕੇ ਇਹਨਾਂ ਦੀਆਂ ਫਾਈਂਡਿੰਗਸ ਨੂੰ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਅਤੇ ਇਗਨੋਰਡ ਇਹਨਾਂ ਦਾ ਕੰਮ ਰਹਿ ਗਿਆ। ਇਗਨੋਰੈਂਸ ਤੋਂ ਬਾਅਦ ਦੇ ਵਿੱਚ ਹੀ 1884 ਦੇ ਵਿੱਚ ਮੈਂਡਲ ਡਾਈਡ ਇਨ 1884 ਵਿਦਾਊਟ ਨੋਇੰਗ ਦੈਟ ਹੀ ਹੈਡ ਲੇਡ ਦਾ ਫਾਊਂਡੇਸ਼ਨ ਆਫ ਦਾ ਮਾਡਰਨ ਜੈਨੇਟਿਕਸ। ਇਹਨਾਂ ਨੂੰ ਨੈਫਰੀਟਿਸ ਹੋ ਜਾਂਦੀ ਹੈ। ਨੈਫਰੀਟਿਸ ਜਿਹੜਾ ਹੈਗਾ ਕਿਡਨੀ ਦੇ ਨਾਲ ਆਪਣਾ ਰਿਲੇਟਡ ਡਿਸਆਰਡਰ ਹੈਗਾ, ਉਸ ਡਿਸਆਰਡਰ ਕਰਕੇ ਜਿਹੜਾ ਹੈਗਾ 1884 ਦੇ ਵਿੱਚ ਇਹਨਾਂ ਦੀ ਡੈਥ ਹੋ ਜਾਂਦੀ ਹੈ। ਪਰ ਹੁਣ ਜਿਹੜਾ ਹੈਗਾ ਟਾਈਮ ਬੀਤਦਾ, ਉਸ ਤੋਂ ਬਾਅਦ ਦੇ ਵਿੱਚ 1884 ਤੋਂ 16 ਸਾਲਾਂ ਬਾਅਦ 3 ਅਲੱਗ-ਅਲੱਗ ਸਾਇੰਟਿਸਟ ਆਪਣੀ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਹੇ ਆ। ਇਹਨਾਂ ਸਾਇੰਟਿਸਟ ਦੇ ਨਾਮ ਬੜੇ ਇੰਪੋਰਟੈਂਟ ਨੇ, ਇਹਨਾਂ ਨੂੰ ਵੀ ਤੁਸੀਂ ਯਾਦ ਕਰ ਲੈਣਾ, ਇੱਥੋਂ ਦੇਖ ਕੇ ਲਿਖ ਲੈਣਾ। ਇਹਨਾਂ ਦੇ ਵਿੱਚ ਜਿਹੜਾ ਹੈਗਾ ਹੀਗੋ ਡੀ ਵਰਾਈਸ ਹੈਗੇ ਹੈ, ਸਭ ਤੋਂ ਪਹਿਲਾਂ ਇੱਥੇ ਲਿਖਿਆ ਹੋਇਆ। ਇਹ ਕਿੱਥੇ ਬਿਲੋਂਗ ਕਰਦੇ ਜੀ? ਹੀਗੋ ਡੀ ਵਰਾਈਸ ਜਿਹੜੇ ਹੈਗੇ ਨੇ, ਇਹ ਸਾਇੰਟਿਸਟ ਜਿਹੜੇ ਨੀਦਰਲੈਂਡ ਨੂੰ ਬਿਲੋਂਗ ਕਰ ਰਹੇ ਹੈ। ਕਾਰਲ ਕਾਰਨਸ ਹੈਗਾ, ਇਹ ਜਿਹੜਾ ਹੈਗਾ ਕੇ ਨਾਲ ਪੈਣਾ ਚਾਹੀਦਾ, KARL, ਇਹ ਜਿਹੜੇ ਹੈਗੇ ਨੇ ਜਰਮਨੀ ਨੂੰ ਬਿਲੋਂਗ ਕਰ ਰਹੇ ਹੈ। ਰਿਚ ਵਾਂਟ ਸ਼ਮਾਰਕ ਹੈਗੇ ਨੇ, ਇਹ ਆਸਟਰੀਆ ਨੂੰ ਬਿਲੋਂਗ ਕਰ ਰਹੇ ਹੈ। ਤਾਂ ਇਹ ਤਿੰਨੋਂ ਜਿਹੜੀਆਂ ਕੰਟਰੀਜ਼ ਦੀ ਮੈਂ ਗੱਲ ਕੀਤੀ ਹੈ, ਇਹ ਆਪ ਕਿਹੜੀ ਕੰਟਰੀ ਦੇ ਸੀ? ਆਸਟਰੀਆ। ਤਾਂ ਇਹਨਾਂ ਦੀ ਕੰਟਰੀ ਦਾ ਹੀ ਆਸਟਰੀਆ ਹੋ ਗਿਆ, ਆਸਟਰੀਆ ਦੇ ਇੱਕ ਸਾਇੰਟਿਸਟ ਹੋ ਗਏ, ਨਾਲ ਹੀ ਜਰਮਨੀ ਹੈ, ਨੀਦਰਲੈਂਡ ਹੈ। ਮੀਨਸ ਕਿ ਉਹ ਯੂਰਪੀਅਨ ਕੰਟਰੀਜ਼ ਜਿਹੜੀਆਂ ਨੇੜੇ ਨੇੜੇ ਇੱਕ ਦੂਸਰੇ ਨਾਲ ਬਾਰਡਰ ਸ਼ੇਅਰ ਕਰ ਰਹੀਆਂ, ਉਹਨਾਂ ਕੰਟਰੀਜ਼ ਦੇ ਵਿੱਚ ਹੀ ਇਹਨਾਂ ਦੀ ਰਿਸਰਚ ਦੇ ਨਾਲ ਹੀ ਰਿਲੇਟਡ ਇਹੋ ਜਿਹੇ ਹੀ ਐਕਸਪੈਰੀਮੈਂਟ ਹੋਰ 3 ਵਿਗਿਆਨੀ ਅਲੱਗ-ਅਲੱਗ ਕਰ ਰਹੇ ਹੈ। ਇੰਡੀਪੈਂਡੈਂਟਲੀ ਉਹ ਆਪਣਾ ਆਪਣਾ ਕੰਮ ਕਰ ਰਹੇ ਹੈ।
ਤਾਂ ਜਦੋਂ ਉਹਨਾਂ ਨੇ ਜਿਹੜਾ ਹੈਗਾ ਇਹ ਆਪਣਾ ਕੰਮ ਕੀਤਾ ਤਾਂ ਉਹਨਾਂ ਨੇ ਜਿਹੜਾ ਆਪਣੇ ਐਕਸਪੈਰੀਮੈਂਟਸ ਤੋਂ ਬਾਅਦ ਦੇ ਵਿੱਚ ਇਹ ਫਾਈਂਡ ਕੀਤਾ ਕਿ ਜਿਹੜੇ ਐਕਸਪੈਰੀਮੈਂਟਸ ਉਹਨਾਂ ਨੇ ਕਰ ਲਏ ਉਹਨਾਂ ਦੀਆਂ ਜਿਹੜੀਆਂ ਫਾਈਂਡਿੰਗਸ ਆਈਆਂ ਨੇ, ਜਦੋਂ ਉਹ ਫਾਈਂਡਿੰਗਸ ਨੂੰ ਆਪਣਾ ਪਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਡਿਊਰਿੰਗ ਦੈਟ ਉਹਨਾਂ ਨੂੰ ਜਿਹੜਾ ਹੈਗਾ ਮੈਂਡਲ ਦੇ ਲਿਖੇ ਹੋਏ ਕੁਝ ਕਿਹੜੇ ਹੈਗੇ ਨੇ ਇਹ ਜਿਹੜੀ ਜਰਨਲ ਦੇ ਵਿੱਚ ਉਹਨਾਂ ਦੀ ਪਬਲੀਕੇਸ਼ਨ ਸੀ, ਉਹ ਪਬਲੀਕੇਸ਼ਨ ਉਹਨਾਂ ਦੇ ਹੱਥ ਲੱਗਦੀ ਹੈ। ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜਾ ਕੰਮ ਅਸੀਂ ਹੁਣ ਕੀਤਾ ਹੈ ਉਹ ਕੰਮ ਅੱਜ ਤੋਂ 16 ਸਾਲ ਪਹਿਲਾਂ ਮੈਂਡਲ ਕਰ ਚੁੱਕਿਆ ਹੈ। ਤਾਂ ਫਿਰ ਜਿਹੜੀ ਹੈਗੀ ਹੈ ਮੈਂਡਲ ਦੇ ਕੰਮ ਨੂੰ ਜਾ ਕੇ ਜਿਹੜੀ ਹੈਗੀ ਹੈ ਰੈਕੋਗਨੀਸ਼ਨ ਮਿਲਦੀ ਹੈ। ਇੱਥੇ ਲਿਖਿਆ ਈਚ ਮੈਨ ਅਨਾਊਂਸਡ ਮੈਂਡਲਸ ਡਿਸਕਵਰੀਜ਼ ਐਂਡ ਹਿਜ਼ ਓਨ ਵਰਕ ਐਜ਼ ਕਨਫਰਮੇਸ਼ਨ ਆਫ ਦੈਮ। ਤਾਂ ਸਾਰਿਆਂ ਨੇ ਇਹ ਕੀਤੀ ਕਿ ਜਿਹੜਾ ਉਹਨਾਂ ਨੇ ਕੰਮ ਕੀਤਾ ਉਹ ਸਿਰਫ ਮੈਂਡਲ ਦੇ ਕੰਮ ਦੀ ਕਨਫਰਮੇਸ਼ਨ ਹੀ ਹੈ, ਕੰਮ ਤਾਂ ਆਲਰੇਡੀ ਮੈਂਡਲ ਨੇ ਕੀਤਾ ਜਾ ਚੁੱਕਿਆ ਹੈ। ਤਾਂ ਇੱਥੇ ਜਾ ਕੇ ਫਿਰ ਉਹਨਾਂ ਦੇ ਕੰਮ ਨੂੰ ਰੈਕੋਗਨੀਸ਼ਨ ਮਿਲਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਫਾਦਰ ਆਫ ਜੈਨੇਟਿਕਸ ਦਾ ਜਿਹੜਾ ਹੈਗਾ ਅਵਾਰਡ ਵੀ ਜਿਹੜਾ ਹੈਗਾ ਉਹ ਦਿੱਤਾ ਜਾਂਦਾ, ਇਹਨਾਂ ਨੂੰ ਰੈਕੋਗਨੀਸ਼ਨ ਦਿੱਤੀ ਜਾਂਦੀ ਐਜ਼ ਫਾਦਰ ਆਫ ਜੈਨੇਟਿਕਸ। ਸੋ ਇਹ ਸਾਰੀ ਇਹਨਾਂ ਦੀ ਲਾਈਫ ਹਿਸਟਰੀ ਹੈਗੀ ਹੈ। ਲਾਈਫ ਹਿਸਟਰੀ ਦੇ ਵਿੱਚੋਂ ਕੁਐਸਚਨ ਕਿਸ ਤਰ੍ਹਾਂ ਦਾ ਹੀ ਬਣ ਸਕਦਾ ਹੈ, ਜਿਸ ਤਰ੍ਹਾਂ ਕੁਝ ਇੰਪੋਰਟੈਂਟ ਗੱਲਾਂ ਨੇ ਕਿ ਉਹਨਾਂ ਦੀ ਪਬਲੀਕੇਸ਼ਨ ਜਿਹੜੀ ਹੈਗੀ ਉਹ ਕਿਹੜੇ ਮੈਗਜ਼ੀਨ ਦੇ ਵਿੱਚ, ਕਿਹੜੇ ਜਰਨਲ ਦੇ ਵਿੱਚ ਆਈ ਸੀ, ਹੂ ਇਜ਼ ਨੋਨ ਐਜ਼ ਫਾਦਰ ਆਫ ਜੈਨੇਟਿਕਸ, ਕਿਹੜੇ ਸਾਇੰਟਿਸਟ ਹੈਗੇ ਹੈ ਅਤੇ ਕਿਹੜੀਆਂ ਕੰਟਰੀਜ਼ ਨੂੰ ਬਿਲੋਂਗ ਕਰਦੇ ਹੈ ਜਿਨ੍ਹਾਂ ਨੇ ਮੈਂਡਲ ਦੇ ਕੰਮ ਨੂੰ ਰੀਡਿਸਕਵਰ ਕੀਤਾ ਅਤੇ ਕਦੋਂ ਰੀਡਿਸਕਵਰ ਕੀਤਾ। ਇਸ ਤਰ੍ਹਾਂ ਦੇ ਕੁਝ ਕੁਐਸਚਨ ਜਿਹੜੇ ਹੈਗੇ ਨੇ ਉਹ ਬਣ ਸਕਦੇ ਆ। ਸੋ ਧਿਆਨ ਨਾਲ ਇਸ ਨੂੰ ਸੁਣਨਾ ਹੈ। ਅਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਮੈਂਡਲ ਦੇ ਐਕਸਪੈਰੀਮੈਂਟਸ ਬਾਰੇ। ਤਾਂ ਜੀ.ਜੇ. ਮੈਂਡਲ ਇਹਨਾਂ ਨੇ ਜਿਹੜਾ ਪਲਾਂਟ ਯੂਜ਼ ਕੀਤਾ, ਸਭ ਤੋਂ ਪਹਿਲਾਂ ਤਾਂ ਇਹੀ ਕੁਐਸਚਨ ਬਣਦਾ ਹੈ ਕਿ ਇਹਨਾਂ ਦਾ ਕੰਮ ਕਿਹੜੇ ਪਲਾਂਟ 'ਤੇ ਸੀ। ਗਾਰਡਨ ਪੀ, ਐਡੀਬਲ ਪੀ, ਪਾਈਜ਼ਮ ਸਟਾਈਵਮ ਜੇ ਉਸਦਾ ਨਾਮ ਹੈ, ਤਾਂ ਉਸ ਦੇ ਉੱਤੇ ਇਹਨਾਂ ਨੇ ਜਿਹੜਾ ਹੈਗਾ ਕੰਮ ਕੀਤਾ। ਪਾਈਜ਼ਮ ਸਟਾਈਵਮ ਇਹਦੇ ਵਿੱਚ ਕਿਤੇ ਨਾ ਕਿਤੇ ਅੱਗੇ ਜਿਹੜਾ ਹੈਗਾ ਲਿਖਿਆ ਵੀ ਹੋਏਗਾ, ਇਸ ਦੇ ਉੱਤੇ ਇਹਨਾਂ ਦਾ ਵਰਕ ਹੈ। ਤਾਂ ਇਹਨਾਂ ਨੇ ਸਭ ਤੋਂ ਪਹਿਲਾ ਕੁਐਸਚਨ ਇਹੀ ਬਣਦਾ, ਆਪਣੇ ਮਾਈਂਡ ਦੇ ਵਿੱਚ ਵੀ ਗੱਲ ਆਉਂਦੀ ਹੈ ਕਿ ਇਹਨਾਂ ਨੇ ਇਹ ਪਾਰਟੀਕੂਲਰ ਪਲਾਂਟ ਹੀ ਕਿਉਂ ਸਿਲੈਕਟ ਕੀਤਾ। ਸਭ ਤੋਂ ਪਹਿਲਾ ਰੀਜ਼ਨ ਇਹ ਹੈ ਕਿ ਇਸ ਦੇ ਜਿਹੜੇ ਫਲਾਵਰਸ ਨੇ ਉਹ ਬਾਈਸੈਕਸ਼ੂਅਲ ਨੇ। ਹੁਣ ਬੇਟਾ ਜੇ ਤੁਸੀਂ ਗੱਲ ਕਰੋ ਕਿ ਬਾਈਸੈਕਸ਼ੂਅਲ ਫਲਾਵਰਸ ਤਾਂ ਸਾਨੂੰ ਪੜ੍ਹਾਈ ਨਹੀਂ ਜੀ, ਜੇ ਆਪਾਂ +2 ਦੇ ਵਿੱਚ ਨਹੀਂ ਪੜ੍ਹਾਏ ਬੇਟਾ ਤਾਂ +1 ਦੇ ਵਿੱਚ ਆਪਾਂ ਜ਼ਰੂਰ ਪੜ੍ਹਿਆ ਹੋਇਆ ਹੈ ਕਿ ਫਲਾਵਰ ਦਾ ਕੀ ਸਟਰਕਚਰ ਹੈ। ਉਸ ਦੇ ਵਿੱਚ ਜਿਹੜੇ ਹੈਗੇ ਨੇ ਮੇਲ ਪਾਰਟ ਹੈ, ਫੀਮੇਲ ਪਾਰਟ ਹੈ, ਐਂਡਰੋਸ਼ੀਅਮ, ਗਾਇਨੋਸ਼ੀਅਮ, ਇਹ ਸਾਰੇ ਪਾਰਟ ਆਪਾਂ ਕੀਤੇ ਹੋਏ ਹੈ। ਤਾਂ ਬਾਈਸੈਕਸ਼ੂਅਲ ਸੀ, ਮਤਲਬ ਕਿ ਉਹਦੇ ਕੋਲ ਦੋਨੋਂ ਸੀਗੇ, ਮੇਲ ਜਿਹੜਾ ਹੈਗਾ ਪਾਰਟ ਅਤੇ ਫੀਮੇਲ ਪਾਰਟ। ਸੈਲਫ ਪੋਲੀਨੇਟਿੰਗ ਸੀਗੇ, ਜਿਹੜਾ ਕੋਈ ਫਲਾਵਰ ਸੈਲਫ ਪੋਲੀਨੇਟਰ ਉਹਦੀ ਸੈਲਫ ਪੋਲੀਨੇਸ਼ਨ ਤਾਂ ਆਪਣੇ ਆਪ ਹੋ ਜਾਂਦੀ ਹੈ, ਤਾਂ ਅਸੀਂ ਉਸਦੀ ਕ੍ਰਾਸ ਪੋਲੀਨੇਸ਼ਨ ਵੀ ਜਿਹੜੀ ਹੈਗੀ ਉਹ ਪਰਫੋਰਮ ਕਰ ਸਕਦੇ ਹਾਂ। ਸੈਲਫ ਪੋਲੀਨੇਸ਼ਨ ਅਤੇ ਕ੍ਰਾਸ ਪੋਲੀਨੇਸ਼ਨ ਕੀ ਹੈ ਕਿ ਜੇ ਆਪਣੇ ਕੋਲ ਜਿਹੜਾ ਹੈਗਾ ਇੱਕ ਪਲਾਂਟ ਹੈਗਾ, ਇਸ ਪਲਾਂਟ ਦੇ ਉੱਤੇ ਜਿਹੜੇ ਅਲੱਗ-ਅਲੱਗ ਫਲਾਵਰਸ ਲੱਗੇ ਹੋਏ ਹੈ, ਜਿਵੇਂ ਇੱਥੇ ਇੱਕ ਫਲਾਵਰ ਲੱਗਿਆ ਹੋਇਆ ਹੈ, ਇਹ ਕਿਉਂਕਿ ਬਾਈਸੈਕਸ਼ੂਅਲ ਫਲਾਵਰ ਹੈ ਸੋ ਇਹਦੇ ਵਿੱਚ ਹੀ ਐਂਡਰੋਸ਼ੀਅਮ ਹੈ, ਇਸ ਦੇ ਵਿੱਚ ਹੀ ਗਾਇਨੋਸ਼ੀਅਮ ਹੈ। ਇਸੇ ਦੇ ਐਂਡਰੋਸ਼ੀਅਮ ਤੋਂ ਜਿਹੜੇ ਪੋਲਨ ਗ੍ਰੇਨਸ ਉੱਡ ਕੇ ਇਸੇ ਫਲਾਵਰ ਨੂੰ ਹੀ ਆ ਕੇ ਪੋਲੀਨੇਟ ਕਰ ਦਿੰਦੇ ਹੈ। ਮੀਨਸ ਕਿ ਮੇਲ ਅਤੇ ਫੀਮੇਲ ਪਾਰਟ ਇਸੇ ਦੇ ਹੀ ਸੀ, ਤਾਂ ਫਾਈਨਲੀ ਜਿਹੜਾ ਸੀਡ ਬਣਨ ਜਾ ਰਿਹਾ ਹੈ ਉਹ ਸੀਡ ਸਿਰਫ ਇੱਕੋ ਹੀ ਪਲਾਂਟ ਤੋਂ ਬਣ ਗਿਆ, ਤਾਂ ਅਸੀਂ ਇਸ ਨੂੰ ਕਹਾਂਗੇ ਸੈਲਫ ਪੋਲੀਨੇਸ਼ਨ। ਪਰ ਜੇ ਸਾਡੇ ਕੋਲ ਪੈਰਲ ਇੱਕ ਹੋਰ ਪਲਾਂਟ ਹੈ, ਇਹਦੇ ਉੱਤੇ ਵੀ ਫਲਾਰ ਜਿਹੜਾ ਹੈਗਾ ਉਹ ਲੱਗਿਆ ਹੋਇਆ ਹੈ, ਤਾਂ ਇੱਥੇ ਵੀ ਜਿਹੜਾ ਹੈਗਾ ਫਲਾਰ ਲੱਗਿਆ ਹੋਇਆ ਹੈ, ਤਾਂ ਕੀ ਹੋ ਗਿਆ, ਇਸ ਫਲਾਰ ਦੇ ਜਿਹੜੇ ਪੋਲਨਸ ਨੇ ਉਹ ਉੱਡ ਕੇ ਇੱਥੇ ਆ ਗਏ। ਚਾਹੇ ਤਾਂ ਉਹ ਨੈਚੁਰਲੀ ਆ ਗਏ, ਚਾਹੇ ਦੀ ਹਿਊਮਨ ਐਫਰਟਸ ਨਾਲ ਆ ਗਏ। ਤਾਂ ਜੇ ਇੱਕ ਪਲਾਂਟ ਦੇ ਪੋਲਨਸ ਦੂਸਰੇ ਪਲਾਂਟ ਦੇ ਜਿਹੜਾ ਹੈਗਾ ਫਲਾਰ ਦੇ ਉੱਤੇ ਜਾ ਕੇ ਪੋਲੀਨੇਟ ਕਰ ਰਹੇ ਹੈ, ਤਾਂ ਸੀਡ ਤਾਂ ਇੱਥੇ ਹੀ ਬਣਨਾ ਕਿਉਂਕਿ ਪੋਲਨਸ ਇੱਥੇ ਆ ਗਏ, ਤਾਂ ਫੀਮੇਲ ਪਾਰਟ ਇੱਥੇ ਸੀ, ਤਾਂ ਇੱਥੇ ਜਿਹੜਾ ਸੀਡ ਬਣ ਗਿਆ, ਤਾਂ ਇਹ ਕਿਹਦੇ ਰਿਜ਼ਲਟ ਨਾਲ ਬਣਿਆ, ਇਹ ਕ੍ਰਾਸ ਪੋਲੀਨੇਸ਼ਨ ਨਾਲ ਬਣਿਆ। ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜੇ ਫਲਾਰ ਦੀ ਸੈਲਫ ਪੋਲੀਨੇਸ਼ਨ ਪੋਸੀਬਲ ਹੈ ਤਾਂ ਉਹਦੀ ਕ੍ਰਾਸ ਤਾਂ ਕਰਵਾਈ ਜਾ ਸਕਦੀ ਹੈ ਨਾ। ਇਸ ਕਰਕੇ ਕਿ ਇਹ ਸੈਲਫ ਪੋਲੀਨੇਟਡ ਹੋ ਸੀਗੇ, ਇਹਨਾਂ ਦੀ ਸੈਲਫ ਤੇ ਕ੍ਰਾਸ ਪੋਲੀਨੇਸ਼ਨ ਈਜ਼ੀਲੀ ਕੀਤੀ ਜਾ ਸਕਦੀ ਸੀ। ਦੈਨ ਜਿਹੜੇ ਇਹਨਾਂ ਦੇ ਫਿਜ਼ੀਕਲ ਕਰੈਕਟਰ ਸੀਗੇ, ਉਹ ਫਿਜ਼ੀਕਲ ਕਰੈਕਟਰਸ ਬੜੇ ਈਜ਼ੀ ਸੀ ਰੈਕੋਗਨਾਈਜ਼ ਕਰਨੇ। ਸਾਨੂੰ ਈਜ਼ੀਲੀ ਪਤਾ ਲੱਗ ਜਾਂਦਾ ਸੀ ਕਿ ਕਿਹੜੇ ਕਿਹੜੇ ਕਰੈਕਟਰਸ ਨੇ। ਜਿਵੇਂ ਅਸੀਂ ਦੇਖਾਂਗੇ ਕਿ ਕੁਛ ਕੁ ਮਟਰਾਂ ਦੇ ਤੁਸੀਂ ਦੇਖੋ ਦਾਣੇ ਜਿਹੜੇ ਹੈਗੇ ਨੇ ਗੋਲ ਹੁੰਦੇ ਹੈ, ਰਾਊਂਡ ਹੁੰਦੇ ਆ, ਕੁਛ ਕੁ ਝੁਰੜੀਦਾਰ ਜਿਹੇ ਹੁੰਦੇ ਆ, ਰਿੰਕਲਡ ਹੁੰਦੇ ਆ। ਇਸੇ ਤਰੀਕੇ ਨਾਲ ਜਿਹੜਾ ਹੈਗਾ ਕੁਛ ਕੁ ਜਿਹੜੇ ਹੈਗੇ ਨੇ ਪੌਡ ਨੇ, ਜਿਹੜੇ ਮਟਰ ਦੇ ਫਲੀਆਂ ਜਿਹੀਆਂ ਲੱਗਦੀਆਂ ਨੇ, ਹਰੀਆਂ ਹੁੰਦੀਆਂ, ਕਈ ਵਾਰੀ ਪੀਲੀਆਂ ਵੀ ਹੁੰਦੀਆਂ ਨੇ। ਕੁਛ ਕੁ ਪੌਦੇ ਜਿਹੜੇ ਹੈਗੇ ਨੇ ਬੌਣੇ ਨੇ, ਕੁਛ ਕੁ ਪੌਦਿਆਂ ਦਾ ਸਾਈਜ਼ ਵੱਡਾ ਵੀ ਹੈ। ਇਸ ਕਰਕੇ ਇਹਨਾਂ ਦੇ ਫਿਜ਼ੀਕਲ ਕਰੈਕਟਰਸ ਜਿਹੜੇ ਹੈਗੇ ਨੇ ਉਹਨਾਂ ਨੂੰ ਰੈਕੋਗਨਾਈਜ਼ ਕਰਨਾ, ਸਟੱਡੀ ਕਰਨਾ ਬੜਾ ਈਜ਼ੀ ਸੀ। ਇੱਕ ਗੱਲ ਜੈਨੇਟਿਕਸ ਦੇ ਐਕਸਪੈਰੀਮੈਂਟਸ ਦੇ ਵਿੱਚ ਹੋਰ ਮੈਟਰ ਕਰਦੀ ਹੁੰਦੀ ਹੈ
कि उसका ਜਿਹੜਾ ਲਾਈਫ ਸਪੈਨ ਕਿੰਨਾ ਕੁ ਹੈ, ਕਿਉਂਕਿ ਅਸੀਂ ਇੱਕ ਐਕਸਪੈਰੀਮੈਂਟ ਕਰ ਰਹੇ ਹਾਂ, ਦੋ ਪਲਾਂਟਸ ਦੇ ਅਲੱਗ-ਅਲੱਗ ਪਲਾਂਟਸ ਦੇ ਕਰੈਕਟਰਸ ਨੂੰ ਮਿਕਸ ਕਰ ਰਹੇ ਹਾਂ। ਸਾਡੇ ਕੋਲ A ਪਲਾਂਟ ਹੈ, B ਪਲਾਂਟ ਹੈ, ਇਹਨਾਂ ਦੇ ਕਰੈਕਟਰਸ ਨੂੰ ਮਿਕਸ ਕਰਕੇ ਅਸੀਂ ਇਹਨਾਂ ਤੋਂ ਸੀਡ ਤਿਆਰ ਕਰ ਰਹੇ ਹਾਂ। ਫਿਰ ਅਸੀਂ ਇਹਨਾਂ ਸੀਡਸ ਨੂੰ ਉਗਾਵਾਂਗੇ, ਸਾਨੂੰ ਪਤਾ ਲੱਗ ਜੂਗਾ ਕਿ ਜਿਹੜਾ C ਪਲਾਂਟ ਹੈ ਉਹਦੇ ਕਰੈਕਟਰ A ਨਾਲ ਮਿਲਦੇ ਸੀ ਕਿ B ਨਾਲ ਮਿਲਦੇ ਸੀ। ਪਰ ਹੁਣ ਇਹ ਸਾਰੇ ਪ੍ਰੋਸੈਸ ਦੇ ਵਿੱਚ ਟਾਈਮ ਘੱਟ ਲੱਗਣਾ ਚਾਹੀਦਾ ਹੈ, ਪਲਾਂਟ ਦਾ ਲਾਈਫ ਸਪੈਨ ਘੱਟ ਹੋਣਾ ਚਾਹੀਦਾ ਹੈ। ਕਿਤੇ ਇਹ ਨਾ ਹੋਵੇ ਕਿ ਅਸੀਂ A ਪਲਾਂਟ ਲਾਇਆ ਅਤੇ ਉਸ ਤੋਂ ਬਾਅਦ B ਪਲਾਂਟ ਲਗਾਇਆ ਅਤੇ ਇਹਨਾਂ ਦੇ ਸੀਡਸ ਨੂੰ ਬਣਨ 'ਤੇ 5 ਸਾਲ ਲੱਗ ਗਏ। ਜੇ ਇਹਨਾਂ ਦੇ ਸੀਡਸ ਨੂੰ ਬਣਨ 'ਤੇ 5 ਸਾਲ ਲੱਗ ਗਏ, ਉਦੋਂ ਬਾਅਦ ਜੇ ਆਪਾਂ ਸੀਡ ਉਗਾਇਆ C ਪਲਾਂਟ ਦਾ, 2 ਸਾਲ ਇਹਨੂੰ ਲੱਗ ਗਏ ਪਲਾਂਟ ਨੂੰ ਗਰੋ ਕਰਦੇ ਕਰਦੇ, ਤਾਂ 7 ਸਾਲ ਅਸੀਂ ਆਪਣੇ ਐਕਸਪੈਰੀਮੈਂਟ ਦੇ ਰਿਜ਼ਲਟ ਵਾਸਤੇ ਵੇਟ ਕਰਾਂਗੇ। ਫਿਰ ਜਿਹੜਾ ਹੈਗਾ ਆਪਾਂ ਐਕਸਪੈਰੀਮੈਂਟ ਰਿਪੀਟ ਵੀ ਕਰਨਾ ਪੈ ਸਕਦਾ ਹੈ। ਇਸ ਕਰਕੇ ਲਾਈਫ ਸਪੈਨ ਸਾਡੇ ਕੋਲ ਉਸ ਪਲਾਂਟ ਦਾ ਛੋਟਾ ਹੋਣਾ ਚਾਹੀਦਾ ਹੈ। ਤਾਂ ਮਟਰਾਂ ਦੇ ਪੌਦੇ ਦਾ ਲਾਈਫ ਸਪੈਨ ਜਿਹੜਾ ਹੈਗਾ ਉਹ ਛੋਟਾ ਹੈਗਾ। ਇਸ ਕਰਕੇ ਕੁਝ ਕੁ ਮਹੀਨਿਆਂ ਦੇ ਵਿੱਚ ਜਿਹੜੇ ਹੈਗੇ ਨੇ ਸਾਨੂੰ ਮਟਰ ਜਿਹੜੇ ਹੈਗੇ ਨੇ ਮਿਲ ਜਾਂਦੇ ਨੇ, ਸੀਡ ਮਿਲ ਜਾਂਦੇ ਨੇ, ਜਿਹਦੇ ਤੋਂ ਅਸੀਂ ਦੁਬਾਰਾ ਗਰੋ ਕਰਕੇ ਦੇਖ ਸਕਦੇ ਹਾਂ। ਸੋ ਇੱਕ ਗੱਲ ਹੋਰ ਵੀ ਹੈ, ਜਿਵੇਂ ਇੱਥੇ ਅਸੀਂ ਕਰੈਕਟਰ ਕਰ ਰਹੇ ਹਾਂ A ਅਤੇ B ਹੈ, ਇਸ ਤੋਂ ਬਾਅਦ ਸੀਡ ਬਣਾਏ, ਸੀਡ ਤੋਂ ਅਸੀਂ ਜਿਹੜਾ ਹੈਗਾ ਨਵੇਂ ਪਲਾਂਟ ਉਗਾਵਾਂਗੇ, C ਪਲਾਂਟ ਉਗਾਵਾਂਗੇ। ਹੁਣ ਮੰਨ ਲਓ A ਅਤੇ B ਦੇ ਕੰਬੀਨੇਸ਼ਨ ਨਾਲ ਜਿਹੜੇ ਸੀਡਸ ਤਿਆਰ ਹੋਏ ਨੇ, ਉਹ ਸੀਡਸ ਹੀ ਸਾਡੇ ਕੋਲ ਬਹੁਤ ਘੱਟ ਤਿਆਰ ਹੋਏ ਨੇ ਕਿ ਸਾਡੇ ਕੋਲ ਇੱਕ A ਪਲਾਂਟ ਸੀ, ਇੱਕ B ਪਲਾਂਟ ਸੀ। ਇਹਨਾਂ ਦੇ ਕੰਬੀਨੇਸ਼ਨ ਨਾਲ ਅਸੀਂ ਕੀ ਕੀਤਾ, ਕ੍ਰਾਸ ਪੋਲੀਨੇਸ਼ਨ ਕਰ ਲਈ। ਕ੍ਰਾਸ ਪੋਲੀਨੇਸ਼ਨ ਅਸੀਂ ਇਹਨਾਂ ਦੇ ਸੀਡ ਬਣਾਏ, ਸੀਡ ਸਾਡੇ ਕੋਲ ਗਿਣਤੀ ਦੇ ਬਣੇ 10। ਹੁਣ 10 ਸੀਡਸ ਨੂੰ ਜਦੋਂ ਅਸੀਂ ਉਗਾਇਆ ਤਾਂ ਉਹਨਾਂ ਦੇ ਵਿੱਚੋਂ 5 ਤਾਂ ਪੌਦੇ ਉੱਗੇ ਨਹੀਂ ਸੀਡ ਜਿਹੜੇ ਹੈਗੇ ਨੇ, ਕਿਉਂਕਿ ਇਹਨਾਂ ਦੀ ਸਾਰਿਆਂ ਦੇ ਵਿੱਚ ਤਾਂ ਪੌਦੇ ਉੱਗਦੇ ਵੀ ਨਹੀਂ ਹੈਗੇ। ਕੁਛ ਕੁ ਪੌਦੇ ਉੱਗੇ, ਗਰੋ ਕੀਤੇ, ਉਸ ਤੋਂ ਬਾਅਦ ਮੱਚ ਗਏ। ਇਸ ਕਰਕੇ ਸਾਨੂੰ ਸਹੀ ਰਿਜ਼ਲਟ ਨਹੀਂ ਮਿਲੇ। ਸੋ ਹੋਣਾ ਕੀ ਚਾਹੀਦਾ, ਆਈਡੀਅਲ ਕੰਡੀਸ਼ਨ ਕੀ ਚਾਹੀਦੀ ਹੈ ਕਿ A ਅਤੇ B ਦੇ ਕੰਬੀਨੇਸ਼ਨ ਤੋਂ ਬਣਨ ਵਾਲੇ ਸੀਡਸ ਦੀ ਗਿਣਤੀ ਬਹੁਤ ਜ਼ਿਆਦਾ ਹੋਵੇ। ਤਾਂ P ਪਲਾਂਟ ਦੇ ਵਿੱਚ ਇਹ ਕੰਡੀਸ਼ਨ ਵੀ ਇਸ ਨੂੰ ਮਿਲ ਗਈ। ਸੋ ਇਹ ਕਰੈਕਟਰ ਸੀ ਅਲੱਗ-ਅਲੱਗ ਕਿ ਇੱਕ ਤਾਂ ਜਿਹੜੇ ਹੈਗੇ ਨੇ ਇਹ ਬਾਈਸੈਕਸ਼ੁਅਲ ਸੀ, ਸੈਲਫ ਪੋਲੀਨੇਸ਼ਨ ਹੋ ਸਕਦੀ ਸੀ, ਫਿਜ਼ੀਕਲ ਕਰੈਕਟਰ ਜਿਹੜੇ ਈਜ਼ੀਲੀ ਆਇਡੈਂਟੀਫਾਈ ਹੋ ਸਕਦੇ ਸੀ, ਲਾਈਫ ਸਪੈਨ ਛੋਟਾ ਸੀ ਅਤੇ ਇਹਨਾਂ ਦੇ ਵਿੱਚ ਸੀਡਸ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦੇ ਸੀ। ਇਹਨਾਂ ਰੀਜ਼ਨਸ ਕਰਕੇ ਮੈਂਡਲ ਨੇ P ਪਲਾਂਟ ਨੂੰ ਸਿਲੈਕਟ ਕੀਤਾ। P ਪਲਾਂਟ ਕੋਲ ਕੁਝ ਕੁ ਹੋਰ ਵੀ ਜਿਹੜੇ ਕਰੈਕਟਰਸ ਹੈਗੇ ਨੇ, ਜਿਵੇਂ ਇਹ ਕਿ ਇਹ ਬਾਈਸੈਕਸ਼ੁਅਲ ਫਲਾਵਰਸ ਨੇ, ਅਸੀਂ ਆਲਰੇਡੀ ਗੱਲ ਕਰ ਲਈ। ਸੈਲਫ ਪੋਲੀਨੇਸ਼ਨ ਹੋ ਗਈ, ਲਾਈਫ ਸਾਈਕਲ ਜਿਹੜਾ ਹੈਗਾ ਉਹ ਇੱਕ ਸੀਜ਼ਨ ਦੇ ਵਿੱਚ ਹੀ ਕੰਪਲੀਟ ਹੋ ਜਾਂਦਾ ਹੈ। ਹਾਈਬ੍ਰਿਡਸ ਜਿਹੜੇ ਹੈਗੇ ਨੇ ਫਰਟਾਈਲ ਨੇ। ਕੁਝ ਕਿਹੜੀਆਂ ਵੈਰਾਈਟੀਜ਼ ਦੇ ਕੋਲ ਜਿਹੜੇ ਹੈਗੇ ਨੇ ਵੈਲ ਡਿਫਾਈਨਡ ਕਰੈਕਟਰਸ ਨੇ, ਜਿਵੇਂ ਅਸੀਂ ਇਹ ਗੱਲ ਕੀਤੀ ਹੈ ਕਿ ਇੱਥੇ ਫਿਜ਼ੀਕਲ ਕਰੈਕਟਰ ਸੀ, ਤਾਂ ਇਹ ਪੁਆਇੰਟ ਆਲਮੋਸਟ ਉਹੀ ਪੁਆਇੰਟ ਨੇ ਜਿਹੜੇ ਇੱਥੇ ਲਿਖੇ ਹੋਏ ਨੇ। ਇਸ ਕਰਕੇ ਬੇਟਾ ਇਹਦੇ ਵਿੱਚ ਤੁਸੀਂ ਬਸ ਉੱਪਰ ਵਾਲੇ ਪੁਆਇੰਟ ਇਹ ਧਿਆਨ ਨਾਲ ਪੜ੍ਹ ਲਿਓ, ਇਹਨਾਂ ਨੂੰ ਨੋਟ ਕਰ ਲਿਓ। ਇਹ ਨੀਚੇ ਵਾਲੇ ਸੇਮ ਹੀ ਪੁਆਇੰਟ ਨੇ, ਇਹਨਾਂ ਨੂੰ ਕਰਨ ਦੀ ਜ਼ਰੂਰਤ ਨਹੀਂ। ਤਾਂ ਇਹਦੇ ਵਿੱਚ ਬੇਟਾ ਅਸੀਂ ਗੱਲ ਕੀਤੀ ਹੈ ਕਿ ਇਸ ਤਰੀਕੇ ਨਾਲ ਆਪਣੇ ਕੋਲੇ ਫਿਜ਼ੀਕਲ ਕਰੈਕਟਰਸ ਹੈਗੇ ਨੇ, ਅਲੱਗ-ਅਲੱਗ ਫਿਜ਼ੀਕਲ ਕਰੈਕਟਰ ਸੀਗੇ, ਉਹਨਾਂ ਨੂੰ ਰੈਕੋਗਨਾਈਜ਼ ਕੀਤਾ। ਹੁਣ ਉਹ ਕਿਹੜੇ-ਕਿਹੜੇ ਫਿਜ਼ੀਕਲ ਕਰੈਕਟਰ ਸੀਗੇ ਜਿਨ੍ਹਾਂ ਨੂੰ ਮੈਂਡਲ ਨੇ ਰੈਕੋਗਨਾਈਜ਼ ਕੀਤਾ, ਜਿਨ੍ਹਾਂ ਨੂੰ ਮੈਂਡਲ ਨੇ ਸਟੱਡੀ ਕੀਤਾ। ਹੁਣ ਅਸੀਂ ਉਹਨਾਂ ਕਰੈਕਟਰਸ ਬਾਰੇ ਸਟੱਡੀ ਕਰਾਂਗੇ ਕਿ ਉਹ ਕਰੈਕਟਰਸ ਕਿਹੜੇ-ਕਿਹੜੇ ਨੇ। ਤਾਂ ਸਭ ਤੋਂ ਪਹਿਲਾ ਕਰੈਕਟਰ ਜਿਹੜਾ ਹੈਗਾ ਉਹ ਸੀਡ ਦੇ ਨਾਲ ਰਿਲੇਟਡ ਕਿਹੜੇ-ਕਿਹੜੇ ਕਰੈਕਟਰ ਸਾਡੇ ਕੋਲ ਹੈਗੇ ਨੇ। ਸੀਡਸ ਦੇ ਨਾਲ ਰਿਲੇਟਡ ਸੀਡ ਦੀ ਫਾਰਮ ਹੈਗੀ ਹੈ ਕਿ ਜਿਹੜਾ ਆਪਣੇ ਕੋਲੇ ਉਹ ਸੀਡ ਹੈਗਾ ਉਹ ਰਾਊਂਡ ਸੀਡ ਨੇ ਕਿ ਰਿੰਕਲਡ ਸੀਡ ਹੈਗੇ ਹੈ। ਸੀਡ ਦੇ ਅਸੀਂ ਕਹਿ ਸਕਦੇ ਹਾਂ ਕਿ ਸ਼ੇਪ ਦੇ ਨਾਲ ਰਿਲੇਟਡ ਹੈਗਾ। ਉਸ ਤੋਂ ਬਾਅਦ ਦੇ ਵਿੱਚ ਬੇਟਾ ਜਿਹੜਾ ਹੈਗਾ ਨੈਕਸਟ ਕਰੈਕਟਰ ਇਸ ਦੇ ਵਿੱਚ ਹੈਗਾ ਤਾਂ ਦੂਸਰਾ ਕਰੈਕਟਰ ਜਿਹੜਾ ਹੈਗਾ ਕੋਟੀਲੇਡਨਸ ਨਾਲ ਹੈ ਕਿ ਕੋਟੀਲੇਡਨਸ ਜਿਹੜੇ ਹੈਗੇ ਨੇ ਉਹ ਯੈਲੋ ਨੇ ਜਾਂ ਗ੍ਰੀਨ ਨੇ। ਇਹ ਜਿਹੜੀ ਮੈਂ ਗੱਲ ਕਰ ਰਿਹਾ ਤੁਹਾਡੇ ਕੋਲ ਕਿ ਦੋ ਕਰੈਕਟਰਸ ਹਰ ਇੱਕ ਦੇ ਵਿੱਚ ਉਹਨਾਂ ਨੂੰ ਓਬਜ਼ਰਵ ਕੀਤੇ ਕਿ ਕੁਛ ਕੁ ਪਲਾਂਟਸ ਇਹੋ ਜਿਹੇ ਸੀ ਜਿਨ੍ਹਾਂ ਦੇ ਸੀਡਸ ਰਾਊਂਡ ਸੀ ਇਹੋ ਜਿਹੇ, ਕੁਛ ਕੁ ਇਹੋ ਜਿਹੇ ਸੀ ਜਿਨ੍ਹਾਂ ਦੇ ਸੀਡ ਇਹੋ ਜਿਹੇ ਰਿੰਕਲਡ ਸੀਗੇ। ਦੈਨ ਸੀਡ ਦੇ ਜਿਹੜੇ ਕੋਟੀਲੇਡਨਸ ਹੁੰਦੇ ਆ, ਕਿਉਂਕਿ ਡਾਈਕੋਟਿਲੇਡਨਸ ਪਲਾਂਟ ਹੈ ਇਹ, ਤਾਂ ਜਿਹੜੇ ਉਹ ਕੋਟੀਲੇਡਨਸ ਨੇ ਉਹ ਯੈਲੋ ਕਲਰ ਦੇ ਹੈ ਕਿ ਗ੍ਰੀਨ ਕਲਰ ਦੇ ਹੈ। ਦੈਨ ਫਲਾਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪਲਾਂਟਸ ਸੀ ਜਿਨ੍ਹਾਂ ਦੇ ਵਿੱਚ ਜਿਹੜੇ ਫਲਾਰ ਸੀਗੇ ਉਹ ਵਾਈਟ ਸੀਗੇ, ਤਾਂ ਕੁਛ ਕੁ ਇਹੋ ਜਿਹੇ ਵੀ ਸੀ ਜਿਨ੍ਹਾਂ ਦੇ ਫਲਾਰ ਜਿਹੜੇ ਵਾਇਲਟ ਸੀ। ਫਿਰ ਅਸੀਂ ਜਿਹੜੀ ਪੌਡ ਹੈ ਉਸ ਦੇ ਵਿੱਚ ਜਿਹੜੀਆਂ ਫਲੀਆਂ ਲੱਗਦੀਆਂ ਨੇ ਮਟਰਾਂ ਦੀਆਂ, ਉਹਦੇ ਦੋ ਤਰ੍ਹਾਂ ਦੇ ਕਰੈਕਟਰ ਸੀ। ਪਹਿਲਾਂ ਤਾਂ ਉਹਦੀ ਸ਼ੇਪ ਨਾਲ ਰਿਲੇਟਡ ਸੀ, ਉਹ ਕੀ ਸੀ ਕਿ ਇਹ ਆਪਣੇ ਕੋਲ ਜਿਹੜਾ ਹੈਗਾ ਫੁੱਲ ਹੈਗਾ ਕਿ ਕੰਸਟਰਕਟਡ ਹੈਗਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਇਨਫਲੇਟਡ ਹੈਗਾ। ਇਹ ਕੰਸਟਰਕਟਡ ਇੱਥੇ ਫੁੱਲ ਲਿਖਿਆ ਹੋਇਆ ਹੈ ਤੁਹਾਡੀ ਬੁੱਕ ਦੇ ਵਿੱਚ, ਜਿਹੜਾ ਇਨਫਲੇਟਡ ਵਰਡ ਯੂਜ਼ ਕੀਤਾ ਹੋਏਗਾ। ਦੈਨ ਕਲਰ ਆਫ ਕੋਟੀਲੇਡਨ ਯੈਲੋ ਹੈ ਕਿ ਗ੍ਰੀਨ ਹੈ। ਬਹੁਤ ਸਾਰੇ ਯੈਲੋ ਸੀ ਅਤੇ ਕੁਝ ਕੁ ਜਿਹੜੇ ਹੈਗੇ ਉਹ ਗ੍ਰੀਨ ਵੀ ਹੈਗੇ ਸੀ। ਦੈਨ ਇਸ ਦੇ ਵਿੱਚ ਨੈਕਸਟ ਜਿਹੜਾ ਹੈਗਾ ਕਿ ਉਹ ਆਪਣੇ ਕੋਲ ਫਲਾਰ ਦੀ ਜਿਹੜੀ ਪੋਜੀਸ਼ਨ ਹੈ ਉਹ ਕੀ ਹੈ, ਕਿੱਥੇ ਫਲਾਰ ਲੱਗਦੇ ਹੈਗੇ ਹੈ। ਉਹ ਫਲਾਰਸ ਜਿਹੜੇ ਹੈਗੇ ਨੇ ਉਹ ਐਕਸੀਅਲ ਪੋਜੀਸ਼ਨ 'ਤੇ ਲੱਗਦੇ ਹੈ ਕਿ ਟਰਮੀਨਲ ਪੋਜੀਸ਼ਨ ਦੇ ਉੱਤੇ ਜਾ ਕੇ ਲੱਗਦੇ ਹੈ। ਜਿਸ ਤਰ੍ਹਾਂ
ਇਹ ਆਪਣੇ ਕੋਲ ਇੱਕ ਮੇਨ ਸਟੈਮ ਜਾ ਰਿਹਾ ਹੈ। ਤਾਂ ਇੱਥੇ ਫਲਾਰ ਲੱਗ ਰਹੇ ਹੈ ਕਿ ਉਹ ਟਰਮੀਨਲ ਪੋਜੀਸ਼ਨ ਦੇ ਉੱਤੇ ਜਾ ਕੇ ਲੱਗ ਰਹੇ ਹੈ। ਤਾਂ ਇਹ ਆਪਣੇ ਕੋਲ ਜਿਹੜਾ ਹੈਗਾ ਐਕਸੀਅਲ ਹੈਗਾ ਕਿ ਟਰਮੀਨਲ ਹੈ। ਦੈਨ ਲਾਸਟ ਕਰੈਕਟਰ ਜਿਸ ਨੂੰ ਅਸੀਂ ਜ਼ਿਆਦਾ ਕ੍ਰੋਸ ਦੇ ਵਿੱਚ ਯੂਜ਼ ਕਰਾਂਗੇ, ਜਿਹੜਾ ਬੜਾ ਈਜ਼ੀਲੀ ਅਬਜ਼ਰਵ ਹੋ ਜਾਂਦਾ ਹੈ, ਉਹ ਇਹ ਹੈ ਕਿ ਪਲਾਂਟ ਜਿਹੜੇ ਹੈਗੇ ਨੇ ਉਹ ਲੌਂਗ ਹੈ ਕਿ ਡਵਾਰਫ ਹੈ। ਕੁਝ ਕੁ ਪਲਾਂਟ ਜਿਹੜੇ ਹੈਗੇ ਨੇ ਉਹ ਇਸ ਤਰ੍ਹਾਂ ਦੇ ਦੇਖੇ ਗਏ ਜਿਨ੍ਹਾਂ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਦੀ ਹਾਈਟ ਬਹੁਤ ਜ਼ਿਆਦਾ ਸੀ, ਅਤੇ ਕੁਝ ਕੁ ਜਿਹੜੇ ਹੈਗੇ ਨੇ 3 3.5 ਫੁੱਟ ਦੇ ਸੀ, ਸ਼ਾਰਟ ਸੀ, ਕੁਝ 6 ਤੋਂ 7 ਫੁੱਟ ਤੱਕ ਵੀ ਚਲੇ ਜਾਂਦੇ ਸੀ। ਤਾਂ ਦੇਖਣ ਤੋਂ ਪਤਾ ਲੱਗ ਜਾਂਦੇ ਨੇ ਕਰੈਕਟਰਸ। ਤਾਂ ਇਹ ਬੜੇ ਈਜ਼ੀਲੀ ਅਬਜ਼ਰਵੇਬਲ ਕਰੈਕਟਰਸ ਜਿਹੜੇ ਹੈਗੇ ਉਹਨਾਂ ਨੇ ਲਏ ਹੈ। 7 ਕਰੈਕਟਰ ਨੇ। ਬੜਾ ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿ ਕਿਹੜੇ 7 ਕਰੈਕਟਰ ਮੈਂਡਲ ਨੇ ਸਟੱਡੀ ਕੀਤੇ ਹੈ। ਤਾਂ ਉਹ 7 ਕਰੈਕਟਰ ਇਸ ਟੇਬਲ ਦੇ ਵਿੱਚ ਦਿੱਤੇ ਹੋਏ ਆ। ਤੁਹਾਡੇ ਕੋਲ ਬੁੱਕ ਹੈਗੀ ਹੈ, ਬੁੱਕ ਦੇ ਵਿੱਚ ਟੇਬਲ ਬੜਾ ਅੱਛਾ ਬਣਿਆ ਹੋਇਆ ਹੈ, ਜਿਹਦੇ 'ਤੇ ਤੁਸੀਂ ਇਹ ਸਾਰੇ ਕਰੈਕਟਰ ਜਿਹੜੇ ਹੈਗੇ ਉਹ ਵੇਖ ਲੈਣੇ ਹੈ। ਹੁਣ ਬੇਟਾ ਜਿਹੜਾ ਇਸ ਤੋਂ ਬਾਅਦ ਦੇ ਵਿੱਚ ਅਸੀਂ ਸਟੱਡੀ ਕਰਨਾ ਕਿ ਮੈਂਡਲ ਦਾ ਕ੍ਰੋਸ ਕਿਸ ਤਰ੍ਹਾਂ ਦਾ ਸੀ, ਕਿਸ ਤਰ੍ਹਾਂ ਦੇ ਇਹਨੇ ਐਕਸਪੈਰੀਮੈਂਟ ਕੀਤੇ। ਬਟ ਬੇਟਾ ਉਸ ਕ੍ਰੋਸ ਵੱਲ ਜਾਣ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਅੱਜ ਦੇ ਦਿਨ ਦੇ ਲਈ ਤੁਸੀਂ ਇੰਨਾ ਹੀ ਕੰਮ ਕਰੋ ਜਿਹਦੇ ਵਿੱਚ ਜਿੰਨੇ ਵੀ ਮੈਂਡਲ ਦੇ ਬਾਰੇ, ਉਹਨਾਂ ਦੀ ਲਾਈਫ ਸਟੋਰੀ ਬਾਰੇ ਸਟੱਡੀ ਆਪਾਂ ਕੀਤੀ ਹੈ, ਲਾਈਫ ਹਿਸਟਰੀ ਪੜ੍ਹੀ ਹੈ ਉਹਨਾਂ ਦੀ, ਅਤੇ ਨਾਲ ਜਿਹੜੀ ਹੈਗੀ ਆ ਉਹਨਾਂ ਦੇ ਕਰੈਕਟਰਸ ਕਿਹੜੇ ਆ ਗਏ, ਉਹਨਾਂ ਨੇ ਪੀ ਪਲਾਂਟ ਨੂੰ ਹੀ ਕਿਉਂ ਸਿਲੈਕਟ ਕੀਤਾ, ਜਾਂ ਬੇਸਿਕ ਟਰਮੀਨੋਲੋਜੀ ਕੀ ਹੈ ਇਸ ਦੀ, ਹੈਰੀਡਿਟੀ ਕੀ ਹੈ, ਜੈਨੇਟਿਕਸ ਕੀ ਹੈ, ਇਨਹੈਰੀਟੈਂਸ ਕੀ ਹੈ, ਵੇਰੀਏਸ਼ਨਸ ਕੀ ਨੇ। ਇਹਨਾਂ ਸਾਰੀਆਂ ਟਰਮੀਨੋਲੋਜੀਜ਼ ਨੂੰ ਤੁਸੀਂ ਅੱਜ ਧਿਆਨ ਨਾਲ ਪੜ੍ਹ ਲਓ। ਅੱਜ ਦੇ ਲਈ ਆਪਾਂ ਇੰਨਾ ਹੀ ਕਰਾਂਗੇ। ਇਸ ਤੋਂ ਬਾਅਦ ਦੇ ਵਿੱਚ ਨੈਕਸਟ ਉਹਨਾਂ ਦਾ ਐਕਸਪੈਰੀਮੈਂਟ ਕਿਸ ਤਰ੍ਹਾਂ ਦਾ ਸੀ ਅਤੇ ਕਿਹੜੇ ਉਹਨਾਂ ਨੇ ਉਸ ਦੇ ਵਿੱਚੋਂ ਲੌਜ਼ ਜਿਹੜੇ ਹੈਗੇ ਆ ਬਣਾਏ ਹੈ, ਉਹ ਸਾਰੇ ਆਪਾਂ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਸੋ ਸਾਰੇ ਸਟੂਡੈਂਟਸ ਇਸ ਨੂੰ ਅੱਜ ਦੇ ਕੰਮ ਨੂੰ ਧਿਆਨ ਨਾਲ ਕਰਨ। ਥੈਂਕ ਯੂ ਵੈਰੀ ਮੱਚ।